ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਮੋਹਿਤ ਰੂਬਲ। ਮੈਂ ਜਤਿੰਦਰ ਸਿੰਘ ਖਹਿਰਾ ਤੇ ਸਵਾਗਤ ਹੈ ਇੱਕ ਵਾਰ ਫੇਰ ਸਾਡੇ ਪ੍ਰੋਗਰਾਮ ਦੇ ਅੰਦਰ, ਜਿਸ ਦਾ ਨਾਮ ਹੈ ਜੀ ਮੁੱਦਾ, ਜਿੱਥੇ ਪੱਕੇ ਹੋਏ ਮੁੱਦਿਆਂ ਦੇ ਉੱਤੇ ਅਸੀਂ ਕਰਦੇ ਹਾਂ ਗੱਲਬਾਤ। ਤੇ ਦੋਸਤੋ, ਇਸ ਵਕਤ ਸਭ ਤੋਂ ਜਿਹੜਾ ਜ਼ਿਆਦਾ ਭਖਿਆ ਹੋਇਆ ਮੁੱਦਾ ਹੈ, ਜੋ ਕਿ ਪਿਛਲੇ 2 ਮਹੀਨਿਆਂ ਤੋਂ ਭਖਿਆ ਹੋਇਆ ਹੈ, ਅਸੀਂ ਗੱਲ ਕਰ ਰਹੇ ਹਾਂ ਕਿਸਾਨੀ ਅੰਦੋਲਨ ਦੀ। ਕਿਸਾਨੀ ਅੰਦੋਲਨ ਖੈਰ ਸਾਹਿਬ ਅੱਜ 55 ਦਿਨ ਜਿਹੜੇ ਨੇ ਹੋ ਚੁੱਕੇ ਨੇ। ਅੱਜ 19 ਜਨਵਰੀ ਹੈ ਤੇ ਅੱਜ ਇੱਕ ਬੜਾ ਇਤਿਹਾਸਿਕ ਫੈਸਲਾ ਹੋ ਸਕਦਾ ਸੀਗਾ, ਇੱਕ ਬੜੀ ਵਧੀਆ ਮੀਟਿੰਗ ਹੋ ਸਕਦੀ ਸੀਗੀ, ਪਰ ਸਰਕਾਰ ਨੇ ਉਸ ਨੂੰ ਅਗਲੇ ਦਿਨ ਯਾਨੀ ਕਿ 20 ਜਨਵਰੀ ਨੂੰ ਮੁਲਤਵੀ ਕਰ ਦਿੱਤਾ ਹੈ। 20 ਜਨਵਰੀ ਨੂੰ ਹੁਣ ਜਿੱਥੇ ਸੁਪਰੀਮ ਕੋਰਟ ਫੈਸਲਾ ਵੀ ਸੁਣਾਏਗੀ ਕਿ ਹਾਂ ਵੀ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕੱਢਣਾ ਹੈ ਉਹ ਕਿਵੇਂ ਹੋਏਗਾ, ਜਦਕਿ ਉਸ ਤੋਂ ਪਹਿਲਾਂ ਹੀ ਉਹ ਕਹਿ ਚੁੱਕੀ ਹੈ ਕਿ ਹਾਂ ਵੀ ਜਿਹੜਾ ਮਾਮਲਾ ਹੈ ਦਿੱਲੀ ਸਰਕਾਰ ਦਾ ਮਾਮਲਾ ਹੈ, ਯਾਨੀ ਕਿ ਜਿਹੜੀ ਉੱਥੋਂ ਦੀ ਦਿੱਲੀ ਪੁਲਿਸ ਹੈ ਉਹਦੇ ਉਸ ਉੱਪਰ ਗੱਲਬਾਤ ਕਰੇਗੀ। ਐਂਡ ਉਹ ਮੀਟਿੰਗ ਚੱਲ ਵੀ ਰਹੀ ਹੈ, ਹੋਮ ਮਿਨਿਸਟਰੀ ਨਾਲ ਗੱਲਬਾਤ ਜਿਹੜੀ ਹੈ ਦਿੱਲੀ ਪੁਲਿਸ ਦੀ ਉਹ ਚੱਲ ਰਹੀ ਹੈ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਕਿ ਜਿਹੜਾ ਕੇਂਦਰ ਤੇ ਕਿਸਾਨਾਂ ਦੇ ਵਿਚਕਾਲੇ ਮੀਟਿੰਗ ਸੀਗੀ, ਉਹ ਵੀ ਹੁਣ ਕੱਲ ਹੋਣ ਜਾ ਰਹੀ ਹੈ। ਤਾਂ ਸੁਪਰੀਮ ਕੋਰਟ ਦੀ ਜਿਹੜੀ ਵਰਡਿਕਟ ਹੈ ਇਸ ਪੂਰੇ ਪਟੀਸ਼ਨ ਦੇ ਉੱਪਰ ਕਿ ਹਾਂ ਵੀ ਜਿਹੜਾ 26 ਜਨਵਰੀ ਦਾ ਟਰੈਕਟਰ ਮਾਰਚ ਹੈ ਉਹਦਾ ਫੈਸਲਾ ਵੀ ਹੁਣ ਕੱਲ ਆਏਗਾ। ਸੋ ਕੱਲ ਵੱਡਾ ਦਿਨ ਹੋ ਸਕਦਾ ਹੈ। ਦੇਖੋ, ਵੱਡਾ ਦਿਨ ਤੇ 26 ਜਨਵਰੀ ਵੀ ਆ ਤੇ ਵੱਡਾ ਦਿਨ ਕੱਲ ਜਿਹੜਾ ਹੋ ਸਕਦਾ ਹੈ, ਉਹਦੇ ਵਿੱਚ ਬੜੇ ਸ਼ੰਕੇ ਵੀ ਜਤਾਏ ਜਾਂਦੇ ਆ ਜੀ ਕਿ ਸੁਪਰੀਮ ਕੋਰਟ ਜਿਹੜਾ ਹੈ ਕੱਲ ਉਹਦੀ ਵੀ ਸੁਣਾਈਆਂ ਦੁਬਾਰਾ ਉਸੇ ਪਟੀਸ਼ਨ ਦੇ ਉੱਤੇ। ਸੁਪਰੀਮ ਕੋਰਟ ਦੀ ਕੱਲ ਜਿਹੜੀ ਸੁਣਵਾਈ ਹੋਈ ਹੈ ਉਹਦੇ ਨਾਲ ਪੂਰੀਆਂ ਅੱਜ ਦੀਆਂ ਅਖਬਾਰਾਂ ਭਰੀਆਂ ਹੋਈਆਂ ਨੇ। ਇੱਕ ਗੱਲ ਬਹੁਤ ਚੰਗੀ ਹੈ, ਸੁਪਰੀਮ ਕੋਰਟ ਨੇ ਕਿਹਾ ਕਿ ਲਾਅ ਐਂਡ ਆਰਡਰ ਜਿਹੜਾ ਹੈ ਉਹ ਸਾਡੀ ਜ਼ਿੰਮੇਵਾਰੀ ਨਹੀਂ, ਕਿਉਂਕਿ ਮੇਰੀ ਕੈਪੈਸਿਟੀ ਦੇ ਅੰਡਰ ਨਹੀਂ ਆਉਂਦਾ ਤੇ ਮੈਂ ਉਹਦੇ ਤੇ ਕੋਈ ਰਾਏ ਨਹੀਂ ਦੇ ਸਕਦਾ। ਸੋ ਉਹ ਇੱਕ ਦੇਖਣ ਵਾਲੀ ਚੀਜ਼ ਹੈ ਕਿ ਉਹਨੇ ਜਿਹੜੀ ਗੱਲ ਕਰ ਦਿੱਤੀ ਹੈ ਕਿ ਹੁਣ ਜਿਹੜਾ ਲਾਅ ਐਂਡ ਆਰਡਰ ਹੈ ਇਹ ਤੁਸੀਂ ਸੰਭਾਲਣਾ ਹੈ। ਇਸ ਲਈ ਅੱਜ ਸਵੇਰੇ ਜਿਹੜਾ ਕੱਲ ਜਿਹੜੀ ਮੀਟਿੰਗ ਹੋਈ ਹੈ ਇੱਕ ਉੱਥੇ ਸਿੰਘੂ ਬਾਰਡਰ ਦੇ ਉੱਤੇ ਜਿਹੜਾ ਸੰਯੁਕਤ ਮੋਰਚੇ ਦੇ ਨਾਲ ਜਿਹੜੇ ਵੱਡੇ ਦਿੱਲੀ ਦੇ ਅਹੁਦੇਦਾਰ ਸੀਗੇ, ਪੁਲਿਸ ਕਰਮਚਾਰੀ, ਯੂਪੀ ਦੇ ਸੀ, ਹਰਿਆਣਾ ਦੇ ਸੀ, ਉਹਨਾਂ ਨੇ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਹੈ। ਤੇ ਉਹ ਮੀਟਿੰਗ ਜਿਹੜੀ ਹੈ ਉਹ ਬਹੁਤ ਕਹਿੰਦੇ ਕਿ ਇੱਕ ਪੋਜ਼ਿਟਿਵ ਮੀਟਿੰਗ ਰਹੀ ਹੈ। ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਸਾਨੂੰ ਡਰ ਹੈ ਕਿ ਤੁਸੀਂ ਲਾਅ ਐਂਡ ਆਰਡਰ ਜਿਹੜਾ ਹੈ ਉਹਨੂੰ ਖਤਮ ਨਾ ਕਰ ਦਿਓ, ਤਾਂ ਕਰਕੇ ਅਸੀਂ ਜਿਹੜਾ ਕੰਮ ਇਹ ਤੁਹਾਨੂੰ ਰੋਕਣਾ ਚਾਹੁੰਦੇ ਹਾਂ। ਫਿਰ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਲਾਅ ਐਂਡ ਆਰਡਰ ਤਾਂ ਤੁਹਾਡਾ ਦੇਖੋ ਅਸੀਂ ਇੰਨੇ ਦਿਨਾਂ ਤੋਂ ਬੈਠੇ ਹਾਂ, 55 ਦਿਨ ਹੋ ਗਿਆ, ਅਜੇ ਤੱਕ ਤੁਹਾਡੇ ਲਾਅ ਐਂਡ ਆਰਡਰ ਨੂੰ ਅਸੀਂ ਕੋਈ ਧੱਕਾ ਲਾਇਆ? ਉਹ ਕਹਿੰਦੇ ਜੀ ਨਹੀਂ ਲਾਇਆ। ਕਹਿੰਦੇ ਫਿਰ ਉਹਨਾਂ ਨੇ ਦੂਸਰਾ ਜਿਹੜਾ ਇੱਕ ਪੁਆਇੰਟ ਰੱਖਿਆ ਕਿ ਭੀੜ ਬਹੁਤ ਹੁੰਦੀ ਹੈ ਬਾਜ਼ਾਰਾਂ ਦੇ ਵਿੱਚ, ਤੁਸੀਂ ਕਹਿੰਦੇ ਰਿੰਗ ਰੋਡ ਤੇ ਕਰਨੀ ਹੈ ਤੇ ਰਿੰਗ ਰੋਡ ਤੇ ਭੀੜ ਬਹੁਤ ਹੈ। ਫਿਰ ਇਹਨਾਂ ਨੇ ਕਹਿ ਦਿੱਤਾ ਵੀ ਅਸੀਂ ਇਦਾਂ ਕਹਿੰਦੇ ਆ ਕਿ ਤੁਸੀਂ ਸਾਨੂੰ 2 ਦਿਨ ਦੇ ਦਿਓ, ਅਸੀਂ ਭੀੜ ਜਿਹੜੀ ਆ ਉੱਥੇ ਚੁਕਾ ਦਾਂਗੇ। ਔਰ ਕਿਤੇ ਨਾ ਕਿਤੇ ਇਹ ਟਾਈਮ ਬਹੁਤ ਕਰੂਸ਼ਲ ਆ। ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਸਰਕਾਰ ਨੂੰ ਚਿੰਤਾ ਕਿਹੜੀ ਗੱਲ ਦੀ ਹੈ ਕਿ ਮੀਡੀਆ ਜਿਹੜਾ ਹੈ ਉਹ ਇਹਨਾਂ ਨਾਲ ਪੈਨ ਹੋ ਜਾਣਾ, ਜਦ ਕਿ ਇਹ ਕਹਿ ਰਹੀ ਹੈ ਕਿ ਗੋਦੀ ਮੀਡੀਆ ਜਿਹੜਾ ਇਹਨਾਂ ਨੇ ਜਿਨ੍ਹਾਂ ਨੂੰ ਇਹਨੇ ਗੋਦ 'ਚ ਬਿਠਾਇਆ ਹੋਇਆ ਉਹ ਤਾਂ ਬਹੁਤ ਕਵਰ ਕਰ ਰਹੇ ਇਹਨੂੰ, ਨਾ ਕੋਈ ਉਹ ਕਿਸੇ ਹੋਰ ਮੁੱਦੇ ਨੂੰ ਕਵਰ ਕਰ ਰਹੇ ਨੇ, ਉਹ ਸਿਰਫ ਤੇ ਸਿਰਫ ਇਹਨਾਂ ਨੂੰ ਹੀ ਕਵਰ ਕਰਨਗੇ, ਕਿਉਂਕਿ ਬਈ ਪਤਾ ਹੁੰਦਾ ਕਿ ਕਿੱਥੋਂ ਪੈਸੇ ਆਉਣੇ ਆ, ਕਿੱਥੋਂ ਕੀ ਆਉਣਾ। ਹੁਣ ਤਾਂ WhatsApp ਦੀਆਂ ਚੈਟਾਂ ਜਿਹੜੀਆਂ ਲੀਕ ਹੁੰਦੀਆਂ ਨੇ ਉਹਨੇ ਸਾਬਤ ਵੀ ਕਰ ਦਿੱਤਾ। ਇਸ ਲਈ ਮੈਨੂੰ ਇਸ ਗੱਲ ਤੋਂ ਲੈ ਕੇ ਬੜੀ ਪਰੇਸ਼ਾਨੀ ਹੈ ਕਿ ਇਹ ਤੋਂ ਇੰਨੇ ਡਰੇ ਕਿਉਂ ਹੋਏ ਨੇ। ਸੋ ਖੈਰ ਸਾਹਿਬ, ਤੁਸੀਂ ਇੱਥੇ ਗੱਲ ਕਰ ਰਹੇ ਹੋ ਨੈਸ਼ਨਲ ਮੀਡੀਆ ਦੀ, ਗੋਦੀ ਮੀਡੀਆ ਦੀ। ਚਲੋ ਸਾਨੂੰ ਵੀ ਪਤਾ ਹੈ ਕਿ ਜਿਹੜਾ ਗੋਦੀ ਮੀਡੀਆ ਹੈ ਉਹ ਸਿਰਫ ਤੇ ਸਿਰਫ ਆਪਣੀ ਗਣਤੰਤਰ ਪਰੇਡ ਦੇ ਉੱਪਰ ਜ਼ਿਆਦਾ ਫੋਕਸ ਰਹੇਗਾ, ਪ੍ਰਧਾਨ ਮੰਤਰੀ ਦੀ ਸਪੀਚ ਨੂੰ ਜ਼ਿਆਦਾ ਲਾਈਮਲਾਈਟ ਕਰੇਗਾ। ਬਟ ਖੈਰ ਸਾਹਿਬ, ਜੇਕਰ ਗੱਲ ਕਰੀਏ ਪੂਰੀ ਦੁਨੀਆ ਦੀ, ਕਿਉਂਕਿ ਪੂਰੀ ਦੁਨੀਆ ਦੀ ਨਿਗਾਹਾਂ ਹੋਣਗੀਆਂ ਕਿ 26 ਜਨਵਰੀ ਨੂੰ ਜਿਹੜੀ ਪਰੇਡ ਹੈ ਉਹ ਤੇ ਹੋਣੀ ਹੈ। ਇਸ ਤੋਂ ਇਲਾਵਾ ਜਿਹੜੀ ਕਿਸਾਨੀ ਪਰੇਡ ਹੈ ਉਹ ਕਿਵੇਂ ਹੋਏਗੀ, ਕਿਵੇਂ ਹੋਏਗੀ, ਸੋ ਉਸ ਨੂੰ ਪੂਰਾ ਚੰਗੀ ਤਰ੍ਹਾਂ ਮੈਂ ਕਹਿੰਦਾ ਧੂਮ ਮਚਾਈ ਜਾਏਗੀ ਵਰਲਡ ਮੀਡੀਆ ਦੇ ਵਿੱਚ। ਵਾਕਈ ਸੋ ਅਸੀਂ ਸਿਰਫ ਗੋਦੀ ਮੀਡੀਆ ਦੀ ਗੱਲ ਨਾ ਕਰੀਏ, ਕਿਉਂਕਿ ਜਿਹੜਾ ਸਾਡਾ ਆਪਣਾ ਲੋਕਲ ਮੀਡੀਆ ਹੈ, ਹੋਰ ਵੀ ਕਾਫੀ ਸਾਰੇ ਜਿਹੜਾ ਮੀਡੀਆ ਚੈਨਲ ਜੋ ਕਿ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਐਂਡ ਰਿਐਲਿਟੀ ਦਿਖਾ ਰਹੇ ਨੇ ਉੱਥੋਂ ਦੀ। ਇਹੀ ਕਾਰਨ ਹੈ ਕਿ ਪੰਜਾਬ ਤੋਂ ਵੱਖ-ਵੱਖ ਜਗ੍ਹਾਵਾਂ ਤੋਂ ਲੋਕ ਜਿਹੜੇ ਕਿ ਇਸ ਧਰਤੀ ਨੂੰ ਜਾ ਕੇ ਸਲਾਮ ਕਰਨਾ ਚਾਹੁੰਦੇ ਨੇ, ਉਹ ਬੜੇ ਸ਼ਿੱਦਤ ਨਾਲ ਜਾ ਵੀ ਰਹੇ ਨੇ, ਬਿਨਾਂ ਸੋਚੇ ਕਿ ਹਾਂ ਵੀ ਮੈਂ ਕਿਵੇਂ ਜਾਵਾਂਗਾ, ਉੱਥੇ ਮੇਰਾ ਕਿਵੇਂ ਗੁਜ਼ਾਰਾ ਹੋਏਗਾ। ਬਸ ਬੜੀ ਟੋਰ ਨਾਲ ਉੱਥੇ ਜਾ ਰਹੇ ਨੇ ਐਂਡ ਸਾਰਾ ਕੁਝ ਇੰਤਜ਼ਾਮ ਉਹਨਾਂ ਉੱਥੇ ਮਿਲ ਵੀ ਰਹੇ ਨੇ ਐਂਡ ਬੜਾ ਵਧੀਆ ਉੱਥੇ ਟਾਈਮ ਹੰਡਾ ਰਹੇ ਨੇ। ਦੇਖੋ, ਅੱਜ ਸਾਰਾ ਕੁਝ ਕਲੀਅਰ ਹੋ ਜਾਣਾ ਹੈ। ਹਲੇ ਰੂਟ ਤੋਂ ਉਹਨਾਂ ਨੇ ਨਹੀਂ ਦੱਸਣਾ, ਕਿਉਂਕਿ ਸੰਯੁਕਤ ਮੋਰਚੇ ਨੇ ਕਹਿ ਦਿੱਤਾ ਸੀ ਕਿ ਅਸੀਂ ਰੂਟ ਜਿਹੜਾ ਹੈ ਉਹ ਨੇੜੇ ਜਾ ਕੇ ਦੱਸਾਂਗੇ। ਅੱਜ ਸਭ ਕੁਝ ਫਾਈਨਲ ਹੋ ਜਾਣਾ ਕਿ ਕਿੱਥੇ ਜਾਣਾ ਹੈ, ਕਿਉਂ ਜਾਣਾ ਹੈ, ਕਿਉਂਕਿ ਇਹ ਮੀਟਿੰਗ ਜਿਹੜੀ ਹੈ ਆਪਾਂ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਕੱਲੀ ਕਿਸਾਨਾਂ ਦੇ ਨਾਲ ਨਹੀਂ ਹੋਈ ਹੈਗੀ, ਕਿਸਾਨ ਜਥੇਬੰਦੀਆਂ ਦੇ ਨਾਲ ਨਹੀਂ ਇਕੱਲੀ ਹੋਈ ਹੈਗੀ। ਅਮਿਤ ਸ਼ਾਹ ਦੇ ਨਾਲ ਜਿਹੜੀ ਹੈ ਦਿੱਲੀ ਪੁਲਿਸ ਦੇ ਵੱਡੇ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਹੈ। ਸ਼ਾਇਦ ਜਦੋਂ ਤੱਕ ਅਸੀਂ ਪ੍ਰੋਗਰਾਮ ਕਰਕੇ ਹਟਾਂਗੇ ਉਹ ਮੀਟਿੰਗ ਦਾ ਨਤੀਜਾ ਵੀ ਆ ਜਾਏ। ਹੁਣ ਕਿਤੇ ਨਾ ਕਿਤੇ ਦੇਖੋ, ਕੱਲ ਜਿਹੜਾ ਮੀਡੀਆ ਦੀਆਂ ਖਬਰਾਂ ਆਉਂਦੀਆਂ ਸੀ ਉਹ ਕਹਿੰਦੇ ਜੀ ਨੈਸ਼ਨਲ ਡੇ ਨੂੰ ਐਮਬੈਰਸਮੈਂਟ ਜਿਹੜਾ ਡੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਅਸੀਂ ਬੜਾ ਐਮਬੈਰਸਮੈਂਟ ਮੂਵਮੈਂਟ ਹੋਊਗਾ ਜਦੋਂ ਕਿਸਾਨ ਜਿਹੜੇ ਨੇ ਆਪਣੇ ਟਰੈਕਟਰ ਲੈ ਕੇ ਦਿੱਲੀ ਦੇ ਵਿੱਚ ਵੱਜ ਜਾਣਗੇ। ਤੁਹਾਡੇ ਲਈ ਉਦੋਂ ਐਮਬੈਰਸਮੈਂਟ ਦਾ ਮੂਵਮੈਂਟ ਨਹੀਂ ਹੁੰਦਾ ਜਦੋਂ ਕਿਸਾਨ ਜਿਹੜੇ ਨੇ 55 ਦਿਨ ਹੋ ਗਏ ਨੇ ਉੱਥੇ ਵੜਨੇ ਨੇ, ਧੜ ਲਾਸ਼ਾਂ ਘਰਾਂ ਨੂੰ ਜਾਣ ਡੀਆਂ, ਤੁਹਾਡੇ ਲਈ ਉਹ ਐਮਬੈਰਸਮੈਂਟ ਨਹੀਂ ਹੁੰਦੀ ਹੈਗੀ। ਜਦੋਂ ਕੋਈ ਤੁਸੀਂ ਕਹਿ ਦਿੰਦੇ ਹੋ ਆਤੰਕਵਾਦੀ, ਵੱਖਵਾਦੀ, ਉਦੋਂ ਐਮਬੈਰਸਮੈਂਟ ਮੂਵਮੈਂਟ ਨਹੀਂ ਹੁੰਦਾ। ਜਦੋਂ ਤੁਹਾਡੇ ਨੇਤਾ ਇਹ ਕਹਿੰਦੇ ਨੇ ਕਿਸਾਨਾਂ ਨੂੰ ਪਤਾ ਹੀ ਨਹੀਂ ਹੈਗਾ ਕੀ ਉਹ ਕਰਨ ਡੇ ਨੇ, ਉਦੋਂ ਐਮਬੈਰਸਮੈਂਟ ਮੂਵਮੈਂਟ ਨਹੀਂ ਹੈਗਾ। ਸੋ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਦੇਖੋ, ਸਰਕਾਰ ਦੇ ਮਨਸ਼ੇ ਤੱਕ ਗੱਲ ਆਉਂਦੀ ਹੈ। ਸਰਕਾਰ ਦਾ ਜੇ ਮਨਸ਼ਾ ਹੋਵੇ ਨਾ ਕਿ ਮੈਂ ਆਪਣੀ ਆਵਾਮ ਨੂੰ ਖੁਸ਼ ਰੱਖਣਾ,
ਕਹਿੰਦੇ ਨੇ ਹੁੰਦੇ ਜਦੋਂ ਰਾਜਾ ਕਹਿੰਦਾ ਹੋਵੇ ਕਿ ਮੇਰੀ ਆਵਾਮ ਖੁਸ਼ ਰਵੇ ਤੇ ਉਹ ਭੇਸ ਬਦਲ ਕੇ ਵੀ ਆਵਾਮ ਦੇ ਵਿੱਚ ਚਲੇ ਜਾਂਦਾ। ਇਹਨਾਂ ਦੇ ਕੋਲ ਤਾਂ ਇਹਨਾਂ ਨੂੰ ਭੇਸ ਬਦਲਣ ਦੀ ਲੋੜ ਹੀ ਨਹੀਂ ਗੀ। ਜਿਹੜੀਆਂ ਏਜੰਸੀਆਂ ਇਹਨਾਂ ਲੋਕਾਂ ਦੇ ਖਿਲਾਫ ਕਰਦੇ ਆ, ਉਹਨਾਂ ਨੂੰ ਬਿਠਾਉਣ ਦੇ ਲਈ, ਠੰਡੇ ਬਸਤੇ 'ਚ ਪਾਉਣ ਦੇ ਲਈ ਕੰਮ ਕਰ ਰਹੇ ਆ, ਜੇ ਉਹੀ ਏਜੰਸੀਆਂ ਇਹਨਾਂ ਨੂੰ ਚੰਗੀ ਖਬਰ ਦੇਵੇ ਤਾਂ ਇਹਨਾਂ ਨੂੰ ਪਤਾ ਲੱਗ ਹੀ ਜਾਣਾ ਕਿ ਕਿਉਂ ਲੋਕ ਖੁਸ਼ ਨਹੀਂ ਹੈਗੇ। ਸੋ ਕਿਤੇ ਨਾ ਕਿਤੇ ਸਰਕਾਰ ਦਾ ਜਿਹੜਾ ਮਨਸ਼ਾ ਹੈ ਉਹ ਕਲੀਅਰ ਨਹੀਂ ਹੈਗਾ। ਖੈਰ ਸਾਹਿਬ, ਤੁਸੀਂ ਗੱਲ ਕੀਤੀ ਕਿ ਹਾਂ ਵੀ 26 ਜਨਵਰੀ ਨੂੰ ਐਮਬੈਰਸ ਜਿਹੜੀ ਹੈ ਕਰਨ ਦੀ ਕੋਸ਼ਿਸ਼ ਕਰ ਰਹੇ ਸਾਡੇ ਜਿਹੜੇ ਕਿਸਾਨ ਨੇ, ਪਰ ਕੀ ਉਹ ਸਿਰਫ ਸਰਕਾਰਾਂ ਦਾ ਡੇ ਹੈ? ਉਹ ਸਾਡਾ ਵੀ ਡੇ ਹੈ। ਉਹ ਸਾਡਾ ਉਹ ਕਨਸਟੀਟਿਊਸ਼ਨ ਇੱਕ ਆਪਾਂ ਜਿਸ ਦਿਨ ਲਾਗੂ ਹੋਇਆ ਸੀਗਾ, ਸਾਨੂੰ ਰਾਈਟਸ ਮਿਲੇ ਹੋਏ ਨੇ। ਹਰ ਇੱਕ ਦਾ ਇੱਕ ਇਕੁਅਲੀ ਮੈਂ ਕਹਿੰਦਾ ਕਿ ਪੂਰਾ ਫਰਜ਼ ਬਣਦਾ ਕਿ ਉਸ ਡੇ ਨੂੰ ਅਸੀਂ ਸਲੂਟ ਕਰੀਏ, ਉਸ ਤਿਰੰਗੇ ਨੂੰ ਪ੍ਰਤੀ ਅਸੀਂ ਆਪਣਾ ਸਿਰ ਝੁਕਾਈਏ ਤੇ ਉਸ ਨੂੰ ਰਿਸਪੈਕਟ ਦਈਏ। ਜੇਕਰ ਗੱਲ ਕਰਦੇ ਨੇ 26 ਜਨਵਰੀ ਦੀ, ਤੇ ਜਨਾਬ 23 ਦਸੰਬਰ ਵੀ ਨਿਕਲਿਆ ਜਿਸ ਦਿਨ ਇੰਡੀਅਨ ਫਾਰਮਰਸ ਡੇ ਸੈਲੀਬ੍ਰੇਟ ਕਰਦੇ ਆ। ਹੁਣ ਫਾਰਮਰ ਡੇ ਦੇ ਉੱਪਰ ਸਾਡੇ ਲੱਖਾਂ ਕਰੋੜਾਂ ਜਿਹੜੇ ਕਿਸਾਨ ਨੇ ਉੱਥੇ ਬੈਠੇ ਹੋਏ ਨੇ, ਠੀਕ ਹੈ। ਆਪਾਂ ਕਿਵੇਂ ਉੱਥੇ ਦਿੱਲੀ ਵਿੱਚ ਬੈਠੇ ਹੋਏ ਸੀਗੇ, ਹਜੇ ਵੀ ਬੈਠੇ ਹੋਏ ਨੇ, ਕਿੰਨੀ ਦੇਰ ਹੋ ਗਏ ਬੈਠੇ ਨੇ। ਸੋ ਕੀ ਉਹ ਸਾਡੇ ਲਈ ਐਮਬੈਰਸ ਨਹੀਂ ਸੀਗੀ ਕਿ ਹਾਂ ਵੀ ਉਸ ਦਿਨ ਕਿਸਾਨੀ ਡੇ ਦੇ ਉੱਪਰ ਸਾਡੇ ਕਿਸਾਨ ਦੁਖੀ ਸੀਗੇ, ਸਾਡੇ ਕਿਸਾਨ ਸ਼ਹੀਦ ਹੋ ਰਹੇ ਨੇ, ਉਦੋਂ ਤੋਂ ਹੁਣ ਤੱਕ ਲਗਾਤਾਰ ਹੋ ਰਹੇ ਨੇ। ਸੋ ਉਦੋਂ ਐਮਬੈਰਸਮੈਂਟ ਕਿੱਥੇ ਜਾਂਦੀ ਆ? ਸੋ ਦੋਗਲਾ ਰਵੱਈਆ ਹੈ ਜਿਹੜਾ ਕੇਂਦਰ ਸਰਕਾਰ ਜਿਹੜਾ ਬਾਰ-ਬਾਰ ਅਪਣਾ ਰਹੀ ਹੈ ਤੇ ਕਿਸੇ ਵੀ ਤਰੀਕੇ ਨਾਲ ਉਹ ਬਸ ਕੋਸ਼ਿਸ਼ ਕਰ ਰਹੀ ਹੈ ਕਿ 26 ਜਨਵਰੀ ਨੂੰ ਜਿਹੜੀ ਆਲਰੇਡੀ ਇਹਨਾਂ ਦੀ ਕਿੰਨੀ ਸਾਰੀ ਥੂ ਹੋ ਚੁੱਕੀ ਹੈ, ਹੁਣ ਹੋਰ ਜ਼ਿਆਦਾ ਥੂ ਇਹਨਾਂ ਦੀ ਨਾ ਹੋਵੇ। ਕਿਤੇ ਨਾ ਕਿਤੇ ਦੇਖੋ ਮੋਹਿਤ ਜੀ, ਇੱਕ ਗੱਲ ਸਮਝਣ ਵਾਲੀ ਬਹੁਤ ਜ਼ਰੂਰੀ ਆ ਸਾਡੇ, ਕਿ ਇੱਥੇ ਸਿਰਫ ਤੇ ਸਿਰਫ ਥੋੜੇ ਜਿਹੇ ਲੋਕ ਨੇ ਡਿਸੀਜਨ ਮੇਕਰ ਨੇ ਬੀਜੇਪੀ ਦੇ ਵਿੱਚ। ਤੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਨਰਿੰਦਰ ਤੋਮਰ ਹੁਣਾਂ ਦੀ, ਤੇ ਉਹਨਾਂ ਦੇ ਕੋਲ ਸ਼ਾਇਦ ਦਾ ਲੱਗਦਾ ਕਿ ਸਾਨੂੰ ਪਾਵਰ ਹੀ ਹੈ ਨਹੀਂ ਡਿਸੀਜਨ ਲੈਣ ਦੀ। ਤੁਸੀਂ ਕਹਿੰਦੇ ਆ ਕਿ ਇੰਨੇ ਦਿਨ ਹੋ ਗਏ ਆ, ਸਾਡਾ ਕਿਸਾਨੀ ਦਿਵਸ ਲੰਘ ਕੇ ਗਿਆ ਆ। ਇਹ ਕਿਤੇ ਨਾ ਕਿਤੇ ਉਹ ਸਰਕਾਰ ਹੈ ਜਿਹੜੀ ਬੜੀ ਹਾਰਡ ਲਾਈਨਰ ਹੈ, ਕੱਟੜਪੰਥੀ ਬੜੀ ਇਹਨਾਂ ਦੇ ਵਿੱਚ। ਇਹਨਾਂ ਨੂੰ ਲੱਗਦਾ ਕਿ ਜੋ ਅਸੀਂ ਕਹਿ ਦਿੱਤਾ ਉਹ ਸਾਡੀ ਈਗੋ ਤੇ ਹੈ। ਕੱਲ ਇੱਕ ਸਟੇਟਮੈਂਟ ਆਉਂਦੀ ਹੈ ਵੱਖਰੇ ਮੀਡੀਆ ਦੇ ਵਿੱਚ, ਨਰਿੰਦਰ ਸਿੰਘ ਤੋਮਰ ਹੁਣੀ ਕਹਿੰਦੇ ਨੇ, ਜਿਹੜੇ ਸਾਡੇ ਖੇਤੀਬਾੜੀ ਮਿਨਿਸਟਰ ਨੇ, ਕਿ ਜੇ ਤਾਂ ਕਿਸਾਨ ਸੋਧਾਂ ਲਈ ਆਉਣ ਜਾਂ ਅਮੈਂਡਮੈਂਟਸ ਲਈ ਆਉਣ ਤਾਂ ਉਹਨਾਂ ਨੂੰ ਅਸੀਂ ਖਿੜੇ ਮੱਥੇ ਸਵਾਗਤ ਕਰਦੇ ਹਾਂ, ਜੇ ਉਹਨਾਂ ਨੇ ਸੋਧਾਂ ਨਹੀਂ ਕਰਨੀਆਂ ਫਿਰ ਕੋਈ ਗੱਲਬਾਤ ਦਾ ਫਾਇਦਾ ਨਹੀਂ ਹੈਗਾ। ਹੁਣ ਇਹ ਐਵੇਂ ਨਹੀਂ ਆਉਂਦੇ ਹੈਗੇ। ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਜਿਹੜਾ ਹੈ ਕੁਛ ਨਾ ਕੁਛ ਵੱਡਾ ਕਰ ਲਾਂਗੇ, ਫਿਰ ਅਸੀਂ ਜਿਹੜਾ ਹੈ ਇਹਨਾਂ ਨੂੰ ਆਪਣੇ ਗੋਡੇ ਥੱਲੇ ਲੈ ਲੈਣਾ। ਇੱਕ ਤਰੀਕੇ ਦੇ ਨਾਲ ਇਹ ਸਾਰਾ ਕੁਝ ਤਾਰ ਪਿੱਡੋ ਕਰਨ ਦੀ ਕੋਸ਼ਿਸ਼ ਹੈ। ਜੀ ਖੈਰ ਸਾਹਿਬ, ਤੁਸੀਂ ਗੱਲ ਕੀਤੀ ਹੈ ਨਰਿੰਦਰ ਸਿੰਘ ਤੋਮਰ ਹੋਣਾ ਦੀ। ਮੈਂ ਤਾਂ ਉਹਨਾਂ ਨੂੰ ਮੰਨਦਾ ਹੀ ਨਹੀਂ ਕਿ ਖੇਤੀਬਾੜੀ ਮੰਤਰੀ ਨੇ। ਉਹ ਤਾਂ ਮੈਨੂੰ ਵਿਚੋਲੀਏ ਵਾਲਾ ਕੰਮ ਲੱਗਦਾ ਹੈ ਕਿ ਹਾਂ ਵੀ ਇੱਕ ਪਾਸੇ ਕਿਸਾਨਾਂ ਦੀ ਗੱਲ ਸੁਣ ਰਹੀ, ਉਧਰੋਂ ਆਪਣੇ ਹਾਕਮਾਂ ਦੀ ਗੱਲ ਸੁਣ ਲਈ, ਫਿਰ ਉਧਰ ਆਉਂਦੇ ਨੇ, ਫਿਰ ਆਉਂਦੇ ਨੇ। ਭਲਾ ਤੁਸੀਂ 10 ਗੇਟ ਦੀਆਂ ਮੀਟਿੰਗਾਂ ਹੋ ਗਈਆਂ, ਇੱਕ ਟੁੱਕ ਜਵਾਬ ਹੋਣਾ ਚਾਹੀਦਾ ਸੀਗਾ ਕਿ ਹਾਂ ਵੀ ਤੁਸੀਂ ਕਰਨਾ ਜਾਂ ਨਹੀਂ ਕਰਨਾ, ਜੋ ਕਿ ਕਿਸਾਨ ਪੁੱਛ ਰਹੇ ਨੇ। ਕਰਨਾ ਤਾਂ ਵੀ ਦੱਸੋ, ਨਹੀਂ ਕਰਨਾ ਤਾਂ ਵੀ ਦੱਸੋ। ਅਸੀਂ ਤਾਂ ਬੈਠੇ ਰਹਿਣਾ ਇੱਥੇ, ਜਦੋਂ ਸਰਕਾਰਾਂ ਚੇਂਜ ਹੋਣਗੀਆਂ ਆਪਾਂ ਕਰਵਾ ਕੇ ਜਾਵਾਂਗੇ। ਹੁਣ ਆਹੀ ਸਾਡੀ ਜਿਹੜੀ ਕੇਂਦਰ ਸਰਕਾਰ ਹੈ ਜੋ ਕਹਿੰਦੀ ਹੈ ਕਿ ਹਾਂ ਵੀ ਅਸੀਂ ਜੇ ਬਿੱਲ ਸਾਡੇ ਲਾਗੂ ਹੋ ਜਾਂਦੇ ਨੇ ਤਾਂ ਅਸੀਂ ਜਨਾਬ ਵਿਚੋਲੀਏ ਖਤਮ ਕਰ ਦੇਵਾਂਗੇ। ਉਹ ਪਹਿਲਾਂ ਤੁਸੀਂ ਆਪ ਦਾ ਵਿਚੋਲੀਆ ਤੇ ਖਤਮ ਕਰ ਦਿਓ। ਜਿਹਨੂੰ ਗੱਲ ਕਰਨੀ ਨਹੀਂ ਆਉਂਦੀ, ਕਹਿਣ ਨੂੰ 10 ਗੇਟ ਦੀਆਂ ਮੀਟਿੰਗਾਂ ਥੋੜੀਆਂ ਨਹੀਂ ਹੁੰਦੀਆਂ। ਹਰ ਵਾਰੀ 4-5 ਦਿਨ ਦਾ ਜਿਹੜਾ ਗੈਪ ਹੈ ਉਹ ਪਾ ਜਾਂਦਾ ਹੈ। ਇਸ ਦਰਮਿਆਨ ਸਾਡੇ ਹੋਰ ਵੀ ਕਿਸਾਨ ਜਿਹੜੇ ਨੇ ਉਹ ਸ਼ਹੀਦ ਹੋ ਜਾਂਦੇ ਨੇ, ਸਾਨੂੰ ਹੋਰ ਪਲੈਨਿੰਗਾਂ ਕਰਨੀਆਂ ਪੈਂਦੀਆਂ ਨੇ, ਕਾਫੀ ਤਿਆਰੀਆਂ ਕਰਨੀਆਂ ਪੈਂਦੀਆਂ ਨੇ। ਬਟ ਜਿਹੜੀ ਬਸ਼ਰਮ ਅੰਨੀ ਗੂੰਗੀ ਬਹਿਰੀ ਜਿਹੜੀ ਸਰਕਾਰ ਹੈ ਉਹ ਲਗਾਤਾਰ ਆਪਣੇ ਸਟੈਂਡ ਉੱਤੇ ਅੜੀ ਹੋਈ ਹੈ। ਸਟੈਂਡ ਜਦੋਂ ਭੰਨਿਆ ਗਿਆ ਨਾ ਖੈਰਾ ਸਾਹਿਬ, ਦੁਬਾਰਾ ਖੜ ਨਹੀਂ ਹੋਣਾ। ਜੋ ਪੂਰੀ ਪਾਰਟੀ ਦੀ ਜਿਹੜੀ ਮੈਂ ਕਹਿੰਦਾ ਥੂ ਹੋ ਰਹੀ ਹੈ ਨਾ, ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਕੋਈ ਵੀ ਚੁਣਾਵ ਜਿਹੜੇ ਹੋਣਗੇ, ਚਾਹੇ 2022 ਦੇ ਹੋਣ ਭਾਵੇਂ 2024 ਦੇ ਹੋਣ, ਇਹਨਾਂ ਨੂੰ ਜਿਹੜਾ ਮੈਂ ਕਹਿੰਦਾ ਚੰਗਾ ਸਬਕ ਹੈ ਉਹ ਮਿਲੇਗਾ। ਦੇਖੋ, ਇੱਕ ਗੱਲ ਤਾਂ ਤੁਸੀਂ ਕਹੀ ਕਿ ਨਰਿੰਦਰ ਸਿੰਘ ਤੋਮਰ ਨੂੰ ਤੁਸੀਂ ਖੇਤੀਬਾੜੀ ਮਿਨਿਸਟਰ ਮੰਨਦੇ ਹੀ ਨਹੀਂ, ਕਿ ਉਹ ਜਿੰਨੀ ਵਾਰੀ ਗੱਲ ਕਰਦਾ ਬਾਅਦ ਚੋਂ ਆਪਣੇ ਹਾਕਮਾਂ ਦੇ ਕੋਲ ਜਾਂਦਾ। ਮੈਂ ਹਾਕਮਾਂ ਨਹੀਂ ਕਹੂੰਗਾ, ਮੈਂ ਇੱਥੇ ਮਾਲਕਾਂ ਕਹੂੰਗਾ ਕਿ ਮਾਲਕ ਉਹਦੇ ਕੁਝ ਹੋਰ ਆ। ਮਾਈ ਬਾਪ ਸੁਣਿਆ ਨਾ ਸੀ, ਉਹ ਮਾਈ ਬਾਪ ਕੁਝ ਹੋਰ ਆ ਤੇ ਉਹ ਬਿਨਾਂ ਉਹ ਤੋਂ ਡਿਸੀਜ਼ਨ ਨਹੀਂ ਲੈ ਸਕਦਾ। ਜਿਹੜੇ ਉੱਘੇ ਕਿਸਾਨ ਲੀਡਰ ਨੇ ਉਹ ਇਹੀ ਕਹਿੰਦੇ ਨੇ ਕਿ ਨਰਿੰਦਰ ਸਿੰਘ ਤੋਮਰ ਨਾਲ ਗੱਲਬਾਤ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਇਹ ਤਾਂ ਬੰਦਾ ਕੋਈ ਡਿਸੀਜਨ ਲੈ ਹੀ ਨਹੀਂ ਸਕਦਾ। ਡਿਸੀਜਨ ਜਿਹੜਾ ਹੈ ਉਹ ਕਰਾਉਣਾ ਹੈ। ਸੰਜੇ ਅਗਰਵਾਲ ਜਿਹੜਾ ਸਾਡਾ ਸੈਕਟਰੀ ਆ ਐਗਰੀਕਲਚਰ ਮਿਨਿਸਟਰੀ ਦਾ, ਉਹਨੇ ਕੱਲ ਜਿਹੜਾ ਹੈ ਉਹ ਮੀਟਿੰਗ ਪੋਸਟਪੋਨ ਦਾ ਜਿਹੜਾ ਇੱਕ ਗੱਲ ਸੀ ਕਿ ਕੁਝ ਅੰਦਰਲੇ ਹਾਲਾਤਾਂ ਕਰਕੇ ਮੀਟਿੰਗ ਪੋਸਟਪੋਨ ਹੋਣੀ ਹੈ। ਹੁਣ ਅੰਦਰਲੇ ਹਾਲਾਤ ਕੀ ਹੋ ਸਕਦੇ ਨੇ? ਹੁਣ ਅੰਦਰਲੇ ਹਾਲਾਤ ਇਹ ਹੈ ਕਿ 19 ਤਰੀਕ ਹੈ ਔਰ ਜਿਹੜੀ ਕੈਬਨਿਟ ਨੇ, ਜਿਹੜੀ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਸੀਗੀ, ਉਹਦੀ ਵੀ ਗੱਲਬਾਤ ਚੱਲ ਰਹੀ ਹੈ। ਉਹ ਪਤਾ ਨਹੀਂ ਕਿਹਦੇ ਨਾਲ ਚੱਲ ਰਹੀ ਹੈ, ਕਿਹੜੀਆਂ ਜਥੇਬੰਦੀਆਂ ਉੱਥੇ ਗਈਆਂ, ਕਿਉਂਕਿ ਜਿੰਨੀਆਂ ਜਥੇਬੰਦੀਆਂ ਵੱਖਰੇ ਦਿੱਲੀ ਦੇ ਬਾਰਡਰਾਂ ਤੇ ਬੈਠੀਆਂ, ਉਹਨਾਂ ਨੇ ਤਾਂ ਉਸ ਮੀਟਿੰਗ ਦਾ ਬਾਈਕਾਟ ਕੀਤਾ ਹੋਇਆ। ਹੁਣ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਉਹਨੂੰ ਲੱਗਦਾ ਹੈ ਕਿ ਸ਼ਾਇਦ ਇਹ ਮੀਟਿੰਗ ਤੋਂ ਵਿੱਚੋਂ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਸਾਡੇ ਪਹਿਲਾਂ ਹੀ ਫੇਵਰ ਦੇ ਵਿੱਚ ਨੇ ਉਹਨਾਂ ਨੂੰ ਬਾਹਰ ਲੈ ਕੇ ਕਵਾਂਗੇ ਜੀ ਆਹ ਮੰਨ ਗਏ ਨੇ, ਇਹ ਕਿਸਾਨ ਜਥੇਬੰਦੀਆਂ ਨੇ। ਪਿੱਛੇ ਜੇ ਤੁਸੀਂ ਇਹ ਖਬਰ ਮੀਡੀਆ ਫਰੋਲੋ ਨਾ, ਤੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਟਵੀਟ ਕੀਤਾ ਸੀ ਨਰਿੰਦਰ ਸਿੰਘ ਤੋਮਰ ਹੋਣਾ ਨੇ ਕਿ ਆਹ ਫਲਾਨੀ ਜਿਹੜੀ ਕਿਸਾਨ ਜਥੇਬੰਦੀ ਆ ਇਹ ਸਾਡੇ ਹੱਕ 'ਚ ਆ ਗਈ ਆ, ਆਹ ਫਲਾਨੀ ਕਿਸਾਨ ਜਥੇਬੰਦੀ ਸਾਡੇ ਹੱਕ 'ਚ ਆ ਗਈ ਆ। ਜਦੋਂ ਤੁਸੀਂ ਉਹਨਾਂ ਕਿਸਾਨ ਜਥੇਬੰਦੀਆਂ ਦਾ ਜਾ ਕੇ ਸਰਚ ਕਰੋ ਨਾ, ਤੁਹਾਨੂੰ ਪਤਾ ਲੱਗੂਗਾ ਕਿ ਕੋਈ ਦਸੰਬਰ ਦੇ ਵਿੱਚ ਜਿਹੜੀ ਆ ਉਹ ਰਜਿਸਟਰ ਹੋਈ ਆ, ਕੋਈ ਜਨਵਰੀ 'ਚ ਰਜਿਸਟਰ ਹੋਈ ਆ, ਕਈ ਉਦੋਂ ਥੋੜ੍ਹੇ ਦਿਨ ਪਹਿਲਾਂ ਰਜਿਸਟਰ ਹੋਈ ਆ, ਤੇ ਕਈ ਹਜੇ ਰਜਿਸਟਰ ਹੋਈਆਂ ਹੀ ਨਹੀਂ। ਸੋ ਇਹ ਕਿਤੇ ਨਾ ਕਿਤੇ ਉਹਨਾਂ ਨੇ ਆਪਦੇ ਬੰਦੇ ਖੜੇ ਕਰਕੇ
ਉਹਨੂੰ ਲੱਗਦਾ ਕਿ ਅਸੀਂ ਕਿਲਾ ਜਿੱਤ ਲਾਂਗੇ। ਇਹ ਬਹੁਤ ਔਖਾ ਆ, ਕਿਉਂਕਿ ਹੁਣ ਪੂਰਾ ਪੰਜਾਬ ਜਿਹੜਾ ਹੈ, ਪੂਰਾ ਹਰਿਆਣਾ ਜਿਹੜਾ ਹੈ, ਇੱਥੋਂ ਤੱਕ ਕਿ ਯੂਪੀ ਦੇ ਕਿਸਾਨ, ਰਾਜਸਥਾਨ ਦੇ ਕਿਸਾਨ, ਗਵਾਲੀਅਰ ਤੋਂ ਲੋਕੀ, ਕੇਰਲਾ ਦੇ ਵਿੱਚ ਹਰ ਜਗ੍ਹਾ ਤੋਂ ਕਿਸਾਨ ਜਿਹੜੇ ਨੇ ਉਹ ਉਸ ਜਗ੍ਹਾ ਤੇ ਪਹੁੰਚ ਚੁੱਕੇ ਨੇ, ਜਿਹੜੀ ਮੁਕੱਦਸ ਬਣ ਗਈ ਹੈ ਇੱਕ ਤਰੀਕੇ ਨਾਲ। ਹੁਣ ਉਹ ਉੱਥੇ ਇਬਾਰਤਾਂ ਸ਼ਾਇਦ ਲਿਖੀਆਂ ਜਾਣਗੀਆਂ ਕਿਸਾਨੀ ਅੰਦੋਲਨ ਦੀਆਂ। ਸੋ ਕਿਤੇ ਨਾ ਕਿਤੇ ਸਰਕਾਰ ਜਿਹੜੀ ਆ ਉਹਨੂੰ ਇਹ ਸਮਝਣਾ ਚਾਹੀਦਾ ਹੈ ਕਿ ਈਗੋ 'ਚ ਕੁਝ ਨਹੀਂ ਰੱਖਿਆ ਹੈਗਾ। ਜੇ ਤੁਸੀਂ ਵਿਚੋਲੀਆ ਪਾਉਣਾ ਹੈ ਤੇ ਚੰਗੇ ਤਰੀਕੇ ਨਾਲ ਵਿਚੋਲੀਆ ਪਾ ਕੇ ਇਸ ਗੱਲ ਨੂੰ ਜਿਹੜਾ ਹੈ ਇੱਕ ਠੰਡੇ ਮਾਹੌਲ ਦੇ ਵਿੱਚ ਤੁਸੀਂ ਨਜਿੱਠ ਲਓ, ਕਿਉਂਕਿ 26 ਜਨਵਰੀ ਤੋਂ ਪਹਿਲਾਂ ਨਜਿੱਠਣਗੇ ਤਾਂ ਬਹੁਤ ਚੰਗੀ ਗੱਲ ਹੈ। ਜੇ 26 ਜਨਵਰੀ ਤੱਕ ਗੱਲ ਜਾਂਦੀ ਹੈ ਤੇ ਫਿਰ ਅੱਗੇ ਜਿਹੜੀ ਸਰਕਾਰ ਹੈ ਉਹਦੀ ਬਹੁਤ ਥਾਂ ਜਿਹੜੀ ਹੈ ਬੇਅਦਬੀ ਖਰਾਬੀ ਹੋ ਚੁੱਕੀ ਹੈ। ਹੁਣ ਨਹੀਂ ਤਾਂ ਫਿਰ ਇਹਨਾਂ ਨੇ ਉਹੀ ਗੱਲ ਕਰ ਲੈਣੀ ਹੈ। ਜੀ, ਤੁਸੀਂ ਗੱਲ ਕੀਤੀ ਹੈ ਕਿ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਈ ਸੀ, ਉਸ ਕਮੇਟੀ ਦੀ ਸਾਖ ਉਦੋਂ ਹੀ ਖਰਾਬ ਹੋ ਜਾਂਦੀ ਹੈ, ਉਦੋਂ ਹੀ ਮੈਂ ਕਹਿੰਦਾ ਲੋਕਾਂ ਦੇ ਮਨਾਂ ਵਿੱਚ ਜਿਹੜੀ ਇੱਜ਼ਤ ਹੈ ਖਤਮ ਹੋ ਜਾਂਦੀ ਹੈ, ਜਦੋਂ ਉਹ 4 ਮੈਂਬਰ ਉਹੋ ਜਿਹੇ ਪਾਉਂਦੇ ਨੇ ਜੋ ਕਿ ਆਲਰੇਡੀ ਕਿਸਾਨਾਂ ਦੇ ਅੰਗੇਂਸਟ ਬੋਲ ਚੁੱਕੇ ਨੇ ਐਂਡ ਬਿੱਲਾਂ ਦੇ ਹੱਕ ਵਿੱਚ ਬੋਲ ਚੁੱਕੇ ਨੇ। ਐਂਡ ਉਹਨਾਂ ਵਿੱਚੋਂ ਵੀ ਇੱਕ ਵੱਡਾ ਨਾਮ ਭੁਪਿੰਦਰ ਸਿੰਘ ਮਾਨ ਜਿਹੜਾ ਹੈ ਉਹ ਆਪਣੇ ਆਪ ਨੂੰ ਇਸ ਕਮੇਟੀ ਤੋਂ ਵੱਖ ਕਰ ਲੈਂਦਾ। ਸੋ 3 ਮੈਂਬਰੀ ਕਮੇਟੀ ਅੱਗੇ ਕਿਹੜਾ ਲੋਕਾਂ ਨਾਲ ਗੱਲਬਾਤ ਹੋ ਰਹੀ ਹੈ ਜਿਵੇਂ ਕਿ ਸਾਨੂੰ ਵਾਕਈ ਨਹੀਂ ਪਤਾ। ਇਹਨਾਂ ਦੀ ਆਪ ਦੀ ਬਣਾਈਆਂ ਹੋਈਆਂ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨੇ ਆਪ ਹੀ ਉਹਨਾਂ ਦੇ ਹਾਂ ਦਾ ਜਿਹੜਾ ਨਾਰਾ ਹੈ ਉਹਨਾਂ ਨੇ ਲਾਣਾ ਹੈ, ਹੋਰ ਵੀ ਗੱਲਾਂ ਪਤਾ ਕਰਨੀਆਂ, ਜੋ ਕਿ ਇਹਨਾਂ ਨੇ ਆਪਣੇ ਖਾਤੇ ਕਹਿ ਦੇਣਾ ਕਿ ਹਾਂ ਵੀ ਇਹਨਾਂ ਨੇ ਆ ਵੀ ਗੱਲ ਮੰਨ ਲਈ ਤੇ ਉਹ ਵੀ ਗੱਲ ਮੰਨ ਲਈ। ਜਿਵੇਂ ਕਿ ਪਹਿਲਾਂ ਕਹਿ ਰਹੇ ਸੀਗੇ ਕਿ ਹਾਂ ਵੀ ਅਸੀਂ ਕਿਸਾਨਾਂ ਦੀ ਇਹਨਾਂ ਦੀ ਗੱਲ ਕਿਉਂ ਮੰਨੀਏ, ਜਦ ਕਿ ਪੂਰਾ ਦੇਸ਼ ਜਿਹੜਾ ਹੈ ਉਹ ਬੜਾ ਖੁਸ਼ ਹੈ ਇਹਨਾਂ ਸਾਰੇ ਬਿੱਲਾਂ ਤੋਂ ਲੈ ਕੇ। ਉਹ ਬੰਦਾ ਪੁੱਛੇ ਕਿ ਕਿੱਥੇ ਤੁਸੀਂ ਵੋਟਿੰਗ ਕਰਾ ਲਓ, ਤੁਸੀਂ ਇੱਕ ਵਾਰ ਪੁੱਛੋ ਤਾਂ ਸਹੀ ਆ ਕੇ। ਈਵਨ ਸੁਪਰੀਮ ਕੋਰਟ ਨੇ ਵੀ ਪਹਿਲੇ ਦਿਨ ਆ ਕੇ ਇਹ ਗੱਲ ਚੰਗੀ ਆਖੀ ਸੀ ਕਿ ਸਾਡੇ ਕੋਲ ਕੋਈ ਜਥੇਬੰਦੀ ਅਜਿਹੀ ਨਹੀਂ ਆਈ ਜਿਹੜੀ ਕਹਿ ਰਹੀ ਹੋਵੇ ਕਿ ਹਾਂ ਬਈ ਇਸ ਨਵੇਂ ਬਿੱਲਾਂ ਦੇ ਨਾਲ ਸਾਨੂੰ ਬਹੁਤ ਫਾਇਦਾ ਹੋ ਰਿਹਾ, ਜਦ ਕਿ ਸਾਡੇ ਕੋਲ ਕਿੰਨੇ ਹਜ਼ਾਰਾਂ ਲੱਖਾਂ ਲੋਕ ਜਿਹੜੇ ਨੇ ਉਹ ਆ ਚੁੱਕੇ ਨੇ ਐਂਡ ਉਹ ਰੋ ਰਹੇ ਨੇ, ਪਿੱਟ ਰਹੇ ਨੇ, ਆਪਣੀ ਜਾਨਾਂ ਗਵਾ ਰਹੇ ਨੇ ਕਿ ਬਈ ਜਿਹੜੇ ਨਵੇਂ ਬਿੱਲ ਆਏ ਨੇ ਇਹ ਸਾਡੇ ਦੀ ਮੌਤ ਦਾ ਫਰਮਾਨ ਹੋਣਗੇ, ਸਾਡੀ ਪੁਸ਼ਤਾਂ ਨਸਲਾਂ ਸਾਰੀਆਂ ਖਰਾਬ ਹੋ ਜਾਣਗੀਆਂ, ਤਬਾਹ ਹੋ ਜਾਣਗੀਆਂ, ਇਹਨਾਂ ਬਿੱਲਾਂ ਨੂੰ ਬੰਦ ਕੀਤਾ ਜਾਵੇ, ਰੱਦ ਕੀਤਾ ਜਾਵੇ। ਪਰ ਉਹ ਗੱਲਾਂ ਉਹਨਾਂ ਨੇ ਕੀਤੀਆਂ ਸੁਪਰੀਮ ਕੋਰਟ ਹੋਣਾ ਨੇ, ਪਰ ਉਸ ਤੋਂ ਬਾਅਦ ਫੇਰ ਵੀ ਜਿਵੇਂ ਮੈਂ ਕਿਹਾ ਕਿ ਦੋਗਲਾ ਜਿਹੜਾ ਰਵੱਈਆ ਹੈ, ਜਿਵੇਂ ਕੇਂਦਰ ਸਰਕਾਰ ਨੇ ਕੀਤਾ ਇਹਦੇ ਸੁਪਰੀਮ ਕੋਰਟ ਨੇ ਵੀ ਕੀਤਾ। ਅਗਲੇ ਦਿਨ ਆ ਕੇ ਹੋਰ ਗੱਲ ਕਰਤੀ, ਸਿੱਧਾ ਫਿਰ ਝਾੜ ਲਾਤੀ ਸਾਡੇ ਕਿਸਾਨਾਂ ਦੀ ਕਿ ਨਹੀਂ ਬਈ ਤੁਹਾਨੂੰ ਤਾਂ ਮੀਟਿੰਗ 'ਚ ਵੀ ਆਉਣਾ ਪਵੇਗਾ, ਇਹ ਕਰਨਾ ਪਏਗਾ, ਉਹ ਕਰਨਾ ਪਏਗਾ। ਹੁਣ ਉਹ ਗੱਲ ਵੱਖਰੀ ਆ ਕਿ ਕਿੱਥੇ ਸੁਪਰੀਮ ਕੋਰਟ, ਕਿੱਥੇ ਸਾਡੇ ਦੇਸ਼ ਦਾ ਸੰਵਿਧਾਨ ਜੋ ਕਿ ਸਾਨੂੰ ਬੋਲਣ ਦੀ ਆਜ਼ਾਦੀ ਦਿੰਦਾ, ਖੜੇ ਹੋਣ ਦੀ ਆਜ਼ਾਦੀ ਦਿੰਦਾ, ਬੋਲਣ ਦੀ ਆਜ਼ਾਦੀ ਦਿੰਦਾ। ਸੋ ਉਸੇ ਕਨਸਟੀਟਿਊਸ਼ਨ ਦਾ ਸਹੀ ਇਸਤੇਮਾਲ ਕਰਦੇ ਹੋਏ ਸਾਡੇ ਜਿਹੜੇ 55 ਦਿਨ ਨੇ ਉਹ ਹੋ ਚੁੱਕੇ ਨੇ, ਲਗਭਗ 2 ਮਹੀਨੇ ਹੋ ਚੁੱਕੇ ਨੇ ਸਾਡੀ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਨੂੰ। ਸੋ 26 ਜਨਵਰੀ ਦਾ ਜਿਹੜਾ ਦਿਨ ਅਸੀਂ ਲੁਕਿਆ ਹੋਇਆ ਉਸ ਨੂੰ ਅਸੀਂ ਅੱਗੇ ਵਧਦੇ ਹੋਏ ਹਾਂ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਖਹਿਰਾ ਸਾਹਿਬ, ਕੱਲ ਕਿਸਾਨ ਮਹਿਲਾ ਦਿਵਸ ਮਨਾਇਆ ਗਿਆ। ਮੈਂ ਫੋਟੋਸ ਵੀਡੀਓਜ਼ ਦੇਖ ਰਿਹਾ ਸੀਗਾ, ਕਿੰਨੀਆਂ ਹੀ ਮੈਂ ਕਹਿੰਦਾ ਔਰਤਾਂ ਪੰਜਾਬ ਦੇ ਵੱਖ-ਵੱਖ ਥਾਵਾਂ ਵਿੱਚੋਂ ਉੱਥੇ ਜਾ ਕੇ ਸ਼ਾਮਲ ਹੁੰਦੀਆਂ ਨੇ। ਜਿਹੜੀਆਂ ਨਹੀਂ ਸ਼ਾਮਲ ਹੋ ਸਕਦੀਆਂ ਉਹਨਾਂ ਨੇ ਆਪਣੇ ਪਿੰਡਾਂ ਵਿੱਚ ਇੱਕ ਛੋਟੀ-ਮੋਟੀ ਰੈਲੀਆਂ ਕੱਢੀਆਂ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦਿਖਾਵਾਂਗੇ ਕਿ ਹਾਂ ਵੀ ਕਿਵੇਂ ਉਹ ਜਿਹੜੀ ਰੈਲੀਆਂ ਨੇ ਆਪਣੇ ਅਲੱਗ-ਅਲੱਗ ਥਾਵਾਂ ਤੋਂ, ਚਾਹੇ ਸੋ ਭਾਵੇਂ ਇੱਧਰ ਅਮਲੋਹ ਦੀ ਗੱਲ ਹੋਵੇ ਜਾਂ ਹੋਰਾਂ ਪਿੰਡਾਂ ਦੀ ਗੱਲ ਹੋਵੇ, ਜਿੱਥੇ ਵੀ ਜਿਹੜੀ ਔਰਤਾਂ ਨੇ ਜਿਨ੍ਹਾਂ ਨੇ ਉੱਥੇ ਫਿਰ ਆਪਣਾ ਮੈਂ ਕਹਿੰਦਾ ਇਕੱਠ ਕੀਤਾ ਤੇ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਭਰੀ ਤੇ ਸਰਕਾਰਾਂ ਨੂੰ ਇੱਕ ਵਾਰੀ ਫੇਰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਦੀ ਰੈਲੀ ਮਹਿਲਾ ਦਿਵਸ ਹੈ। ਅਸੀਂ ਇਸ ਲਈ ਇਕੱਠੀਆਂ ਹੋਈਆਂ ਸਾਰੀਆਂ ਬੀਬੀਆਂ ਭੈਣਾਂ, ਕਿਉਂਕਿ ਅਸੀਂ ਆਪਣੇ ਹੱਕ ਲੈ ਕੇ ਹਟਾਂਗੇ, ਸਾਨੂੰ ਕੋਈ ਰੋਕ ਨਹੀਂ ਸਕਦਾ। ਅਸੀਂ ਆਪਣੇ ਭਰਾਵਾਂ ਦੇ ਨਾਲ ਖੜੇ ਹਾਂ, ਸਾਨੂੰ ਜਿੱਥੇ ਮਰਜ਼ੀ ਲੈ ਜਾਣ, ਕੁਰਬਾਨੀ ਦੇਣੀ ਪੈ ਜਾਵੇ, ਅਸੀਂ ਪਿੱਛੇ ਨਹੀਂ ਹਟਾਂਗੇ। ਇਹ ਉਹ ਮਾਂ ਦੇ ਸੂਰਮੇ ਨੇ ਜੋ ਕਦੇ ਹਾਰ ਨਹੀਂ ਸਕਦੇ, ਨਾ ਅਸੀਂ ਉਹਨਾਂ ਨੂੰ ਹਾਰਨ ਦੇਣਾ। ਅਸੀਂ ਉਹਨਾਂ ਦੇ ਬਰਾਬਰ ਖੜ ਕੇ ਉਹਨਾਂ ਦੀ ਬਰਾਬਰ ਹੈਲਪ ਕਰਨੀ ਆ, ਔਰ ਜਿੱਥੇ ਸਾਡੀ ਲੋੜ ਅਸੀਂ ਖੜੇ। ਸੋ ਇੱਦਾਂ ਹੀ ਹਰ ਇੱਕ ਡੇ ਜਿਹੜਾ ਹੈ ਉਹ ਬੜਾ ਵਧੀਆ ਤਰੀਕੇ ਨਾਲ, ਇੱਕ ਅਨੋਖੇ ਤਰੀਕੇ ਦੇ ਨਾਲ, ਢੰਗ ਦੇ ਨਾਲ ਉੱਥੇ ਸੈਲੀਬ੍ਰੇਟ ਕੀਤਾ ਜਾ ਰਿਹਾ। ਬਸ ਹੁਣ ਗੱਲ ਆ ਗਈ 26 ਜਨਵਰੀ ਦੀ, ਤਾਂ ਜਿਹੜੀਆਂ ਭਾਜੜਾਂ ਪਈਆਂ ਹੋਈਆਂ ਨੇ ਆਪਣੀ ਕੇਂਦਰ ਸਰਕਾਰ ਨੂੰ ਕਿ ਹਾਂ ਵੀ ਜਿਹੜੀ ਡਿਸਰਿਸਪੈਕਟ ਨਾ ਹੋ ਜਾਵੇ ਸਾਡੇ ਕਿਸੇ ਉਸ ਦਿਹਾੜੇ ਦੀ, ਸਾਡੀ ਜਿਹੜੀ ਨੱਕ ਹੈ ਉਹ ਥੱਲੇ ਨਾ ਲੱਗ ਜੇ। ਜਦ ਕਿ ਮੈਨੂੰ ਤਾਂ ਲੱਗਦਾ ਕਿ ਨੱਕ ਉਹਨਾਂ ਦੀ ਲੱਭਣੀ ਪੈਣੀ, ਮਿੱਟੀ ਫਰੋਲਣੀ ਪੈਣੀ ਕਿ ਕਿੱਥੇ ਪਹੁੰਚ ਗਈ ਜਿਹੜੀ ਇੱਜ਼ਤ ਉਹਨਾਂ ਦੀ, ਕਿਉਂਕਿ ਜਿਹੋ ਜਿਹਾ ਕੰਮ ਲਗਾਤਾਰ ਕਰ ਰਹੀ ਹੈ। ਕਿਉਂਕਿ ਡੇ 1 ਤੋਂ ਹੀ ਜਿਹੜਾ ਇਹਨਾਂ ਨੇ ਕੰਮ ਕਰਤਾ ਸੀ ਉਹ ਬੜਾ ਹੀ ਜ਼ਿਆਦਾ ਨਿੰਦਣਯੋਗ ਸੀਗਾ। ਜਿਵੇਂ ਕਿ ਉਹਨਾਂ ਦੇ ਪਾਣੀ ਦੀਆਂ ਬੁਛਾਰਾਂ ਸਿੱਟ ਦੇਣੀਆਂ, ਫਿਰ ਕੰਡੇ ਵਾਲੀ ਤਾਰ ਵਰਤਣੀ, ਉਸ ਤੋਂ ਬਾਅਦ ਟੋਏ ਪੁੱਟਦੇ ਨੇ, ਮਤਲਬ ਸਾਰਾ ਕੁਝ ਉਹਨਾਂ ਨੇ ਆਪ ਅਨਕਨਸਟੀਟਿਊਸ਼ਨਲ ਕੀਤਾ। ਤੇ ਜਿਹੜਾ ਕਨਸਟੀਟਿਊਸ਼ਨ ਸਾਨੂੰ ਕਹਿੰਦਾ ਵਾ ਕਿ ਹਾਂ ਵੀ ਤੁਸੀਂ ਬੋਲ ਸਕਦੇ ਹੋ, ਸਾਨੂੰ ਕਹਿੰਦੇ ਨੇ ਕਿ ਹਾਂ ਵੀ ਤੁਸੀਂ ਸਾਨੂੰ ਅੰਬੈਰਸ ਕਰਨ ਲੱਗੇ ਹੋ। ਦੇਖੋ ਤੁਸੀਂ ਬੜੀਆਂ ਵੱਡੀਆਂ ਗੱਲਾਂ ਕਰ ਗਏ ਹੋ, ਕਿਉਂਕਿ ਇੱਕ ਤਰੀਕੇ ਦੇ ਨਾਲ ਦੇਖੋ ਇਹ ਜਦੋਂ ਦੀ ਸਰਕਾਰ ਆਈ ਹੈ, ਚਾਹੇ ਉਹ 2014 ਦੀ ਗੱਲ ਹੋਵੇ, ਮੀਡੀਆ ਜਿਹੜਾ ਹੈ ਉਹ ਤੋਂ ਸ਼ੁਰੂਆਤ ਹੋ ਗਈ। ਮੀਡੀਆ ਹੱਕ 'ਚ ਨਹੀਂ ਰਿਹਾ। ਮੀਡੀਆ ਪਹਿਲਾਂ ਵੀ ਸਰਕਾਰਾਂ ਦੇ ਟਾਈਮ ਮੀਡੀਆ ਪ੍ਰੋ ਹੁੰਦਾ ਰਿਹਾ, ਪਰ ਇੰਨਾ ਖੁੱਲ੍ਹ ਕੇ ਪ੍ਰੋ ਕਦੀ ਕਿਸੇ ਨੇ ਨਹੀਂ ਸੀ ਦੇਖਿਆ। ਸੋ ਦੇਖੋ ਕਿਤੇ ਨਾ ਕਿਤੇ ਇਹ ਜਿਹੜੀ ਗੱਲ ਹੈ ਉਹ ਸੁਪਰੀਮ ਕੋਰਟ ਨੂੰ ਲੈ ਕੇ ਦੇਖ ਲਓ। ਸੁਪਰੀਮ ਕੋਰਟ ਜਿਹੜਾ ਹੈ ਸਭ ਤੋਂ ਸੁਪਰੀਮ ਹੈ, ਉੱਪਰ ਹੈ, ਔਰ ਉਹ ਸਾਡੇ ਹੱਕਾਂ ਦੀ ਰਾਖੀ ਕਰਦਾ ਹੈ। ਹੱਕ ਜਿਹੜੇ ਨੇ ਉਹ ਬਚਾਉਣੇ ਜਿਹੜੇ ਆ ਉਹ ਸੰਵਿਧਾਨ ਦੇ ਤਰੀਕੇ ਦੇ ਨਾਲ ਅਸੀਂ ਜੇ ਕੁਝ ਆਪਣੇ ਹੱਕਾਂ ਲਈ ਕਰਦੇ ਹਾਂ ਤੇ ਉਹ ਕਦੇ ਵੀ ਮਾੜਾ ਨਹੀਂ ਹੁੰਦਾ। ਕਿਸਾਨੀ ਸੰਘਰਸ਼ ਤੁਸੀਂ ਕਿਹਾ ਇੱਥੋਂ ਚੱਲਿਆ ਤੇ ਉਹਨਾਂ ਦੇ ਉੱਤੇ ਅਨਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਹਮਲਾ ਬੋਲ ਦਿੱਤਾ ਜੀ, ਉਹਦੇ ਉੱਤੇ ਕਿਉਂ ਨਹੀਂ ਕਾਰਵਾਈ ਹੋਈ ਅਜੇ ਤੱਕ ਜੀ?
ਹਰਿਆਣਾ ਦੇ ਸੀਐਮ ਖੱਟਰ ਸਾਹਿਬ ਉਹ ਹੱਲੇ ਵੀ ਆਪਣੀ ਕੁਰਸੀ ਤੇ ਬੈਠੇ ਹੋਏ ਨੇ, ਕਿਉਂ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੋਈ? ਇੱਕ ਤਰੀਕੇ ਦੇ ਨਾਲ ਇਹ ਉਹ ਦੇਸ਼ ਹੈ ਜਿੱਥੇ ਅਸੀਂ ਕਹਿੰਦੇ ਆ ਕਿ ਨਹੀਂ ਜੀ ਪਾਵਰ ਜਿਹੜੀ ਹੈ ਉੱਤੋਂ ਲੈ ਕੇ ਥੱਲੇ ਤੱਕ ਵੰਡੀ ਜਾਂਦੀ ਹੈ। ਹੁਣ ਪਾਵਰ ਦਾ ਤਾਂ ਪਤਾ ਨਹੀਂ, ਪਰ ਜੋ ਉੱਤੋਂ ਲੈ ਕੇ ਥੱਲੇ ਤੱਕ ਵੰਡਿਆ ਜਾਂਦਾ ਆ ਉਹ ਪਾਵਰ ਇੱਕ ਹੱਥ ਵੱਲ ਲੈ ਕੇ ਜ਼ਰੂਰ ਜਾਂਦਾ ਆ। ਸੋ ਕਿਤੇ ਨਾ ਕਿਤੇ ਇਹ ਜਿਹੜੇ ਅੰਦੋਲਨ ਆਪਾਂ ਹੁਣ ਚੱਲ ਰਹੇ ਆ, ਕਿਸਾਨੀ ਅੰਦੋਲਨ ਹੈ, ਇਹਨੇ ਇੱਕ ਨਵੀਂ ਬਹਾਰ, ਇੱਕ ਨਵਾਂ ਸਰੋਤ ਦੇ ਕੇ ਜਾਣਾ ਹੈ ਭਾਰਤ ਨੂੰ, ਪੰਜਾਬ ਨੂੰ, ਹਰਿਆਣੇ ਨੂੰ, ਰਾਜਸਥਾਨ ਨੂੰ ਤੇ ਹੋਰ ਮੁਲਕਾਂ ਨੂੰ। ਜੀ ਖੈਰ ਸਾਹਿਬ, ਤੁਸੀਂ ਗੱਲ ਕੀਤੀ ਸੁਪਰੀਮ ਕੋਰਟ ਦੀ, ਤਾਂ ਮੈਂ ਥੋੜਾ ਜਿਹਾ ਇਤਿਹਾਸ ਨੂੰ ਮੈਂ ਪਿੱਛੇ ਵਾਪਸ ਜਾਵਾਂ। ਤੇ 2002 ਦੇ ਵਿੱਚ ਦੋ ਕੁ ਮੈਗਜ਼ੀਨ ਸੀਗੀਆਂ, ਇੱਕ ਦਾ ਨਾਮ ਸੀਗਾ ਇੰਡੀਆ ਟੂਡੇ ਤੇ ਇੱਕ ਦਾ ਨਾਮ ਸੀਗਾ ਤਹਿਲਕਾ। 2002 ਦੀ ਇੰਡੀਆ ਟੂਡੇ ਵਿੱਚ ਸਭ ਤੋਂ ਜਿਹੜਾ ਮੋਹਰੇ ਜਿਹੜਾ ਫਰੰਟ ਪੇਜ ਸੀਗਾ ਉਹ ਸੀਗਾ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ, ਜਿਸ ਉੱਪਰ ਲਿਖਿਆ ਸੀਗਾ ਹੀਰੋ ਆਫ ਹੇਟਡ, ਹਨਾ, ਨਫ਼ਰਤਾਂ ਦਾ ਜਿਹੜਾ ਇੱਕ ਹੀਰੋ ਕਹਿ ਲਓ ਜਾਂ ਕੁਝ ਵੀ ਕਹਿ ਲਓ ਉਹ। ਦੂਜੇ ਨੰਬਰ ਤੇ ਤਹਿਲਕਾ ਜਿਹੜਾ ਮੈਗਜ਼ੀਨ ਹੈ, ਜੋ ਕਿ ਹਾਲੇ ਵੀ ਬਹੁਤ ਪ੍ਰੋਮੀਨੈਂਟ, ਮੈਂ ਕਹਾਂ ਬੜਾ ਵੱਡਾ ਨਾਮ ਹੈ ਮੈਗਜ਼ੀਨ ਦਾ, ਉਹਦੇ ਤੇ ਅਮਿਤ ਸ਼ਾਹ ਉਹਨਾਂ ਦੀ ਫੋਟੋ ਸੀ ਐਂਡ ਉਸ ਟੈਗ ਨਾਲ ਲਿਖਿਆ ਸੀਗਾ ਕਿ ਵਾਈ ਇਜ਼ ਦਿਸ ਮੈਨ ਸਟਿਲ ਫਰੀ। ਜੀ, ਮਤਲਬ ਬਖੂਬੀ ਜਸਟ ਉਹਨਾਂ ਦਾ ਟਾਈਟਲ ਤੇ ਉਹਨਾਂ ਦੀਆਂ ਫੋਟੋਜ਼ ਜਿਹੜੀਆਂ ਹੈ ਉਹ ਬਿਆਨ ਕਰ ਰਹੀਆਂ ਨੇ ਕਿ ਹਾਂ ਵੀ ਉਹ ਕਿਹੋ ਜਿਹਾ ਪਾਸਟ ਵਿੱਚੋਂ ਲੰਘ ਕੇ ਆਏ ਨੇ। ਐਂਡ ਕਿੰਨੀ ਬਦਕਿਸਮਤ ਵਾਲੀ ਗੱਲ ਹੈ ਖਹਿਰਾ ਸਾਹਿਬ ਕਿ ਅਸੀਂ ਅੱਜ ਜੇ ਕੋਈ ਵੀ, ਮੈਂ ਕਹਿੰਦਾ ਸਾਡੇ ਭਾਰਤ ਜਿਹੜਾ ਹੈ ਉਹ ਉਹਨਾਂ ਦੇ ਹੱਥ ਵਿੱਚ ਹੈ। ਸੋ ਇੱਕ ਬੰਦਾ ਪ੍ਰਧਾਨ ਮੰਤਰੀ ਬਣ ਗਿਆ, ਦੂਜਾ ਜਿਹੜਾ ਹੈ ਸਾਡਾ ਹੋਮ ਮਿਨਿਸਟਰ ਬਣ ਗਿਆ, ਤੇ ਪੂਰੀ ਮੈਂ ਕਹਿੰਦਾ ਪੂਰਾ ਸਾਡਾ ਜਿਹੜਾ ਲੋਕਤੰਤਰ ਜਿਹੜਾ ਹੈ ਇਹ ਸਿਰਫ ਦੋ ਇਨਸਾਨਾਂ ਦੇ ਹੱਥ ਵਿੱਚ ਹੈ, ਜਿਨ੍ਹਾਂ ਦੇ ਉੱਪਰ ਇਹੋ ਜਿਹੀਆਂ ਵੱਡੀਆਂ ਵੱਡੀਆਂ ਗੱਲਾਂ ਪਾਸਟ ਵਿੱਚ ਲਿਖੀਆਂ ਜਾ ਚੁੱਕੀਆਂ ਨੇ। ਐਂਡ ਹੁਣ ਇਹੋ ਜਿਹੇ ਲੋਕ ਜਿਹੜੇ ਨੇ, ਇਹੋ ਜਿਹੇ ਬੜੇ ਘੱਟ ਮੀਡੀਆਧਾਰ ਜਿਹੜੇ ਰਹਿ ਗਏ ਨੇ, ਉਹ ਹਾਲੇ ਵੀ ਬਿਲਕੁਲ ਸੁਤੰਤਰ ਬੋਲਦੇ ਨੇ, ਚੰਗਾ ਬੋਲਦੇ ਨੇ, ਸੋਹਣਾ ਬੋਲਦੇ ਨੇ ਐਂਡ ਪੁਰਾਣੀਆਂ ਗੱਲਾਂ ਦਾ ਰੈਫਰੈਂਸ ਦਿੰਦੇ ਨੇ ਕਿ ਹਾਂ ਵੀ ਇਹਨਾਂ ਨੇ ਪਾਸਟ ਵਿੱਚ ਕੀ ਕੀਤਾ। ਜਿਵੇਂ ਕਿ ਮੈਂ ਅੱਗੇ ਵੀ ਕਹਿਣਾ ਵਾ ਕਿ ਖੁਦ ਉੱਥੋਂ ਦੇ ਮੁੱਖ ਮੰਤਰੀ ਬਣ ਕੇ, ਖੁਦ SIT ਦੀ ਇੱਕ ਮੈਂ ਕਹਿੰਦਾ ਜਾਂਚ ਕਮੇਟੀ ਦੇ ਮੁਖੀ ਬਣ ਕੇ, ਖੁਦ ਆਪਣੇ ਖਿਲਾਫ ਜਿੰਨੇ ਵੀ ਦੋਸ਼ ਲੱਗੇ ਨੇ ਉਹਨਾਂ ਤੋਂ ਬਰੀ ਹੋ ਜਾਂਦੇ ਨੇ। ਬਾਅਦ ਚ ਫਿਰ ਮੈਂ ਕਹਿੰਦਾ ਫਿਰ ਮੁੱਖ ਮੰਤਰੀ ਫਿਰ ਹੋਰ ਰਹਿੰਦੇ ਨੇ, ਦੈਨ ਫਿਰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਉਂਦੇ ਨੇ, ਫਿਰ ਪ੍ਰਧਾਨ ਮੰਤਰੀ ਬਣ ਜਾਂਦੇ ਨੇ। ਸੋ ਇਹਨਾਂ ਲੋਕਾਂ ਦੇ ਹੱਥ ਵਿੱਚ ਤਾਂ ਸਾਡਾ ਕਨਸਟੀਟਿਊਸ਼ਨ ਹੈ, ਜਿਹੜਾ ਲੋਕਾਂ ਨੇ ਖੁਦ ਇਹਨੇ ਦੰਗੇ ਕੀਤੇ ਹੋਣ, ਖੁਦ ਇਹਨਾਂ ਨੁਕਸਾਨ ਕੀਤਾ ਹੋਵੇ, ਖੁਦ ਲੋਕਾਂ ਦੀ ਜਾਨਾਂ ਮੈਂ ਕਹਿੰਦਾ ਮਤਲਬ ਖਰਾਬ ਕੀਤੀਆਂ ਹੋਣ, ਉਹ ਲੋਕੀ ਸਾਡੇ ਤੇ ਦੋਸ਼ ਲਾਉਂਦੇ ਪਏ ਨੇ ਕਿ ਹਾਂ ਵੀ ਆ ਅਨਕਨਸਟੀਟਿਊਸ਼ਨਲ ਹੈ। ਯਾਨੀ ਕਿ ਜਿਹੜਾ ਬੰਦਾ ਸਾਡੇ ਤੇ ਚਿੱਕੜ ਸਿੱਟਣ ਦੀ ਕੋਸ਼ਿਸ਼ ਕਰ ਰਿਹਾ ਉਹ ਪਹਿਲਾਂ ਉਹਨੂੰ ਆਪਣਾ ਦਾਮਨ ਵੇਖ ਲੈਣਾ ਚਾਹੀਦਾ ਕਿ ਹਾਂ ਵੀ ਉਹਦੇ ਆਪ ਦੇ ਦਾਮਨ 'ਚ ਕਿੰਨਾ ਚਿੱਕੜ, ਮੈਂ ਕਹਿੰਦਾ ਚਿੱਕੜ ਕੇ ਪੂਰਾ ਜਿਹੜਾ ਛੱਪੜ ਹੁੰਦਾ ਨਾ ਉਹ ਭਰਿਆ ਹੋਇਆ ਇਹਨਾਂ ਲੋਕਾਂ ਦੇ ਹੱਥ ਵਿੱਚ। ਤੇ ਇਹ ਸਾਨੂੰ ਕੀ ਕਹਿਣਗੇ? ਸਾਡੀ ਤੇ ਜਿਹੜੀ ਸਾਖ ਹੈ, ਸਾਡਾ ਜਿਹੜਾ ਨਾਮ ਹੈ ਉਹ ਤਾਂ ਪੂਰਾ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਵੱਜਦਾ ਹੈ। ਇਹਨਾਂ ਦੇ ਕਹੇ ਤੇ ਅਸੀਂ ਤੇ ਨਹੀਂ ਟਲਦੇ, ਅਸੀਂ ਤਾਂ ਆਪਣੇ ਹੱਕ ਲੈ ਕੇ ਜਾਵਾਂਗੇ। ਦੇਖੋ ਤੁਸੀਂ ਗੱਲ ਕੀਤੀ ਕਿ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਬਹੁਤ ਸਹੀ ਕੰਮ ਕਰ ਰਹੇ ਹਾਂ। ਆਏ ਦਿਨ ਕਹਿੰਦੇ ਆ ਜੀ ਸਾਡੀਆਂ ਇੰਟੈਂਸ਼ਨਾਂ ਗੰਗਾਰਗੀਆਂ ਪਵਿੱਤਰ ਆ। ਕੋਈ ਵੀ ਮੰਤਰੀ ਇਹਨਾਂ ਦਾ BJP ਦਾ ਉਹ ਕਹਿੰਦਾ ਜੀ ਸਾਡੀਆਂ ਇੰਟੈਂਸ਼ਨਾਂ ਗੰਗਾਰਗੀਆਂ ਪਵਿੱਤਰ ਨੇ। ਝੂਠ ਥੋੜੀ ਬੋਲਦੇ ਆ, ਗੰਗਾਰਗੀਆਂ ਪਵਿੱਤਰ ਨੇ। ਨਾ ਤੇ ਇਹਨਾਂ ਨੇ ਗੰਗਾ ਪਵਿੱਤਰ ਰਹਿਣ ਦਿੱਤੀ ਤੇ ਨਾ ਹੀ ਇਹਨਾਂ ਦੀਆਂ ਇੰਟੈਂਸ਼ਨ ਪਵਿੱਤਰ ਨੇ। ਦੂਸਰੀ ਗੱਲ ਤੁਸੀਂ ਕਹਿੰਦੇ ਆ ਕਿ ਮੈਗਜ਼ੀਨਾਂ ਦੇ ਵਿੱਚ ਇਹ ਆਇਆ, ਤੁਸੀਂ ਦੋ ਮੈਗਜ਼ੀਨਾਂ ਦੀ ਗੱਲ ਕੀਤੀ ਆ ਤੇ ਦੋਹੇ ਮੈਗਜ਼ੀਨਾਂ ਬਾਰੇ ਮੈਂ ਤੁਹਾਨੂੰ ਦੱਸਦਾ। ਇੰਡੀਆ ਟੂਡੇ ਜਿਹੜਾ ਸੀ ਪਹਿਲਾਂ ਬਹੁਤ ਥੋੜਾ ਲਿਖਦਾ ਸੀਗਾ। ਅੱਜ ਕੱਲ੍ਹ ਜਿਹੜੇ ਪੋਲੀਟੀਕਲ ਐਕਸਪਰਟ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਪ੍ਰੋ ਮੋਦੀ ਹੋ ਕੇ ਲਿਖਣਾ ਸ਼ੁਰੂ ਕਰ ਦਿੱਤਾ। ਦੂਸਰੇ ਬੰਨੇ ਜੇ ਮੈਂ ਗੱਲ ਕਰਾਂ ਤਹਿਲਕਾ ਦੀ, ਤੇ ਤਹਿਲਕਾ ਦੇ ਜਿਹੜਾ ਓਨਰ ਸੀਗਾ ਉਹਦੇ ਨਾਲ ਪਤਾ ਨਹੀਂ ਕੀ ਕੁਛ ਕਰ ਲਿਆ ਇਹਨਾਂ ਨੇ। ਉਹਦੇ ਤੇ ਪਹਿਲਾਂ ਰੇਪ ਦੇ ਕੇਸਿਸ ਹੋਏ, ਬਹੁਤ ਕੁਝ ਹੋਇਆ ਤੇ ਉਹ ਹਜੇ ਤੱਕ ਵੀ ਮੈਨੂੰ ਲੱਗਦਾ ਜੇਲ੍ਹ ਦੇ ਅੰਦਰ ਹੀ ਆ। ਕੋਈ ਜਿਹੜੀ ਜ਼ਮਾਨਤ ਤੇ ਬਾਹਰ ਆ ਜਾਂਦਾ ਹੈ, ਕਦੀ ਨਹੀਂ ਆਉਣ ਦੇ ਪੇਰੋਲ ਦੇ ਉੱਤੇ। ਸੋ ਇੱਕ ਤਰੀਕੇ ਨਾਲ ਇਹ ਜ਼ਬਾਨਾਂ ਬੰਦ ਕਰਨ ਦਾ ਇਤਿਹਾਸ ਜਿਹੜਾ ਹੈ ਇਹ ਗੁਜਰਾਤ ਤੋਂ ਹੀ ਸ਼ੁਰੂ ਹੋਇਆ ਸੀਗਾ। 2002 ਦੇ ਜਿਹੜੇ ਦੰਗੇ ਗੁਜਰਾਤ 'ਚ ਹੋਇਆ ਉਹਦੀ ਕਿਤਾਬ ਬੜੀ ਸੋਹਣੀ ਹੈ। ਉਹ ਕੁੜੀ ਨੇ ਇੰਨਾ ਕੁਝ ਬੋਲਡ ਤਰੀਕੇ ਨਾਲ ਲਿਖਿਆ ਹੈ। ਸਾਡੇ ਦੇਖਣ ਵਾਲਿਆਂ ਨੂੰ ਦੱਸਦੇ ਹਾਂ ਕਿ ਜੇ ਤੁਹਾਡਾ ਟਾਈਮ ਲੱਗੇ ਤਾਂ ਤੁਸੀਂ ਗੁਜਰਾਤ ਫਾਈਲਸ ਨਾਂ ਦੀ ਕਿਤਾਬ ਪੜ੍ਹ ਸਕਦੇ ਹੋ, ਜਿੱਥੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਜਿਹੜਾ ਸਾਰਾ ਤਾਮਝਾਮ ਹੈ ਕਿੱਥੋਂ ਸ਼ੁਰੂ ਹੋਇਆ, ਕਿਵੇਂ ਨਰਿੰਦਰ ਮੋਦੀ ਹੁਣੀ ਇੱਕ CM ਤੋਂ PM ਤੱਕ ਦਾ ਸਫ਼ਰ ਤੈਅ ਕਰਦੇ ਨੇ ਤੇ ਕਿਹੜੀਆਂ ਵੱਡੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ। ਉਹਦੇ ਵਿੱਚ ਉਹਨੇ ਬੜਾ ਬੇਬਾਕ ਲੇਖ ਹੋ ਕੇ ਲਿਖਿਆ। ਉਹਨੇ ਸਭ ਕੁਝ ਕੀਤਾ, ਨਕਲੀ ਭੇਸ ਬਣਾ ਕੇ ਜਿਹੜਾ ਹੈ ਇਹਨਾਂ ਦੇ ਨਾਲ ਕੈਮਰਾ ਰਿਕਾਰਡਿੰਗਸ ਵੀ ਉਹਨੇ ਕੀਤੀਆਂ ਔਰ ਕਿਤੇ ਨਾ ਕਿਤੇ ਸਭ ਬੜਾ ਪ੍ਰਤੱਖ ਸੀਗਾ ਵੀ ਇਹਨਾਂ ਨੇ ਗੁਜਰਾਤ ਦੇ ਵਿੱਚ ਦੰਗੇ ਕਰਾਏ ਆ। ਹੁਣ ਦੇਖੋ ਉਹ ਜਿਹੜੇ ਵਕੀਲ ਜਿਨ੍ਹਾਂ ਨੇ ਇਹਨਾਂ ਦੇ ਕੇਸ ਲੜੇ ਨੇ, ਉਹੀ SIT ਜਿਨ੍ਹਾਂ ਨੇ ਇਹਨਾਂ ਦੇ ਕੇਸ ਲੜੇ ਨੇ, ਅੱਜ ਕਿਤੇ ਸੈਕਟਰੀ ਬੈਠਾ ਆ, ਕੋਈ ਵੱਡੇ ਅਹੁਦੇ ਤੇ ਬੈਠਾ ਆ। ਸੋ ਤੁਸੀਂ ਕਿਤੇ ਨਾ ਕਿਤੇ ਹਿਸਾਬ ਲਾ ਸਕਦੇ ਹੋ। ਇਹਨਾਂ ਨੂੰ ਲੱਗਦਾ ਹੈ ਕਿ ਉਹ ਥਿਊਰੀ ਜਿਹੜੀ ਅਸੀਂ ਉੱਥੇ ਸ਼ੁਰੂ ਕੀਤੀ ਸੀ, ਕਹਿੰਦੇ ਹੁੰਦੇ ਨਾ ਕਿ ਗੁਜਰਾਤ ਮਾਡਲ ਇੱਥੇ ਵੀ ਲੈ ਕੇ ਆਉਣਾ, ਇਹ ਗੁਜਰਾਤ ਮਾਡਲ ਹੀ ਜਿਹੜਾ ਇਹਨਾਂ ਨੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਬਹੁਤ ਹੱਦ ਤੱਕ ਕਰ ਦਿੱਤਾ। ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਦੋਂ ਸਾਰਾ ਜਿਹੜਾ ਮੁਲਕ ਸੀਗਾ ਉਹ ਕਰੋਨਾ ਦੇ ਨਾਲ ਜਿਹੜਾ ਜੂਝਣ ਡਿਆ ਸੀਗਾ ਤੇ ਜਦੋਂ ਅਸੀਂ ਆਰਡੀਨੈਂਸ ਚੁੱਪ-ਚੁਪੀਤੇ ਲਿਆਉਣੇ ਸੀਗੇ, ਵਿੱਚ ਹਰਸਿਮਰਤ ਕੌਰ ਬਾਦਲ ਹੋਣੀ ਜਿਹੜੇ SGPC ਦੇ ਆ, ਵਿੱਚ ਕਿਹਾ ਜਾਂਦਾ ਹੈ ਕਿ ਜਿਹੜੇ ਵੱਖਰੀ ਸਟੇਟ ਦੇ CM ਆ ਉਹਨਾਂ ਤੋਂ ਵੀ ਇਹਨਾਂ ਨੇ ਸਾਈਨ ਸੂਨ ਕਰਾਇਆ। ਹਜੇ ਤੱਕ ਉਹਦਾ ਕੋਈ ਪ੍ਰਤੱਖ ਬਿਆਨ ਨਹੀਂ ਹੈਗਾ, ਪਰ ਜਿਹੜੇ SGPC ਆ, ਜਿਹੜੀ ਹਰਸਿਮਰਤ ਕੌਰ ਬਾਦਲ ਹੈ, ਉਹ ਤਾਂ ਕੈਬਨਿਟ ਮਿਨਿਸਟਰੀ ਦੇ ਵਿੱਚ ਸੀਗੇ। ਸੋ ਦੇਖੋ
ਉਹਨਾਂ ਨੇ ਕਿਹਾ ਵੀ ਅਸੀਂ ਇੱਕ ਚੁੱਪ ਚਪੀਤੇ ਕੰਮ ਕਰ ਲਾਂਗੇ ਤੇ ਸਾਡਾ ਰੌਲਾ ਵੀ ਨਹੀਂ ਪਊਗਾ। ਫਿਰ ਜਦੋਂ ਆਵਾਜ਼ ਉੱਠੀ ਤੇ ਬਹੁਤ ਕੁਝ ਹੋਇਆ, ਉਹਨਾਂ ਨੂੰ ਲੱਗਿਆ ਕਿ ਇਹ ਸ਼ਾਇਦ ਪੰਜਾਬ ਤੱਕ ਹੀ ਜਿਹੜੀ ਹੈ ਆਵਾਜ਼ ਖਤਮ ਹੋ ਜਾਊਗੀ। ਜਦੋਂ ਫਿਰ ਅਸੀਂ ਦਿੱਲੀ ਚਲੇ ਗਏ ਤੇ ਇੱਕ ਭਾਂਬੜ ਮਚ ਗਿਆ। ਹੁਣ ਇਹ ਭਾਂਬੜ ਨਾ ਤਾਂ ਇਹਨਾਂ ਤੋਂ ਸਾਂਭਿਆ ਜਾਂਦਾ ਆ, ਇਹਨਾਂ ਨੇ NIA ਵਰਗੀ ਜਿਹੜੀ ਏਜੰਸੀ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ। ਸਾਡੇ ਜਿਹੜੇ ਇੱਥੇ ਮਾਣਯੋਗ ਲੀਡਰ ਨੇ ਉਹਨਾਂ ਦੇ ਘਰਾਂ ਦੇ ਵਿੱਚ CBI ਦੀਆਂ ਰੇਡਾਂ ਪਵਾਤੀਆਂ, ED ਦੀਆਂ ਰੇਡਾਂ ਪਵਾਤੀਆਂ ਕਿ ਬਈ ਜੇ ਤੁਸੀਂ ਸਾਡੀ ਗੱਲ ਮੰਨਣੀ ਨਹੀਂ ਗੀ ਤੇ ਫਿਰ ਅਸੀਂ ਜਿਹੜਾ ਹੈ ਤੁਹਾਨੂੰ ਟੇਢੀ ਉਂਗਲੀ ਨਾਲ ਜਿਹੜਾ ਉਹ ਘੇ ਕੱਢ ਕੇ ਦਿਖਾਵਾਂਗੇ। 40 ਤਕਰੀਬਨ 40 ਜਿਹੜੇ ਲੋਕ ਨੇ ਜਿਨ੍ਹਾਂ ਦੇ ਉੱਤੇ ਨੈਸ਼ਨਲ ਇਨਵੈਸਟੀਗੇਸ਼ਨ ਨੇ ਜਿਨ੍ਹਾਂ ਨੂੰ ਸੰਮਣ ਭੇਜੇ ਨੇ। ਸੋ ਤੁਸੀਂ ਹਿਸਾਬ ਲਾ ਸਕਦੇ ਹੋ, ਉਹਦੇ ਵਿੱਚ ਡਰਾਈਵਰ ਵੀ ਆਉਂਦਾ ਆ, ਉਹਦੇ ਵਿੱਚ ਡਰਾਈਵਰ ਜਿਹੜੇ ਬੱਸ ਦੀ ਫ੍ਰੀ ਸੇਵਾ ਚਲਾਉਂਦਾ ਉਹ ਵੀ ਆਉਂਦਾ, ਐਕਟਰ ਦੀਪ ਸਿੱਧੂ ਵੀ ਆਉਂਦਾ ਤੇ ਖਾਲਸਾ ਏਡ ਵਰਗੀ ਏਜੰਸੀ ਵੀ ਆਉਂਦੀ ਆ ਤੇ 2-3 ਮੀਡੀਆ ਪਰਸਨ ਵੀ ਆਉਂਦੇ ਨੇ ਜਿਹੜੇ ਬੜੇ ਪ੍ਰੋਮੀਨੈਂਟ ਨੇ। ਉਹਨਾਂ ਨੂੰ ਐਵੇਂ ਤੰਗ ਕਰਨ ਦੀ ਗੱਲ ਹੈ। ਇੱਕ ਪੰਜਾਬੀ ਸਿੰਗਰ ਕਹਿੰਦਾ ਜੀ ਪਤਾ ਨਹੀਂ ਰੱਬ ਕਿਉਂ ਡਾਢਾ ਹੋ ਗਿਆ, ਜਿਹੜੇ ਸਾਡੇ ਤੇ ਟਾਡਾ ਵਰਗੇ ਕੇਸ ਪਾਏ ਗਏ ਨੇ ਉਹ ਛੁੱਟਦੇ ਨਹੀਂਗੇ। ਇਹ ਕਿਤੇ ਨਾ ਕਿਤੇ ਤੁਸੀਂ ਦੇਖੋ ਕਿ ਪੰਜਾਬ ਦਾ ਇਤਿਹਾਸ ਇਹਨਾਂ ਨੇ ਗੰਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਹਨਾਂ ਦੇ ਉੱਤੇ ਇਹ ਕੇਸ ਪਾ ਲਾਂਗੇ ਜਦੋਂ ਸਾਰੀ ਉਮਰ, ਕਿਉਂਕਿ ਸਾਡਾ ਇੱਥੇ ਸਿਸਟਮ ਇਦਾਂ ਦਾ ਅਸੀਂ ਸਾਰੀ ਉਮਰ ਕੇਸਾਂ ਦੇ ਵਿੱਚ ਉਲਝ ਕੇ ਰਹਿ ਜਾਂਦੇ ਹਾਂ। ਸੋ NIA ਦਾ ਕੇਸ ਪੈਣਾ, ਉਸ ਤੋਂ ਬਾਅਦ ਕੁਝ ਪ੍ਰੂਵ ਹੋ ਗਿਆ, ਤਾਂ ਪ੍ਰੂਵ ਹੋਵੇ ਤਾਂ ਤੁਹਾਡੇ ਕਈ ਉਮਰਾਂ ਦੇ ਜਿਹੜੇ ਦਿਨ ਆ ਉਹ NIA ਦੇ ਦਫ਼ਤਰ 'ਚ ਹੀ ਲੰਘ ਜਾਂਦੇ ਨੇ। ਸੋ ਸਰਕਾਰ ਜਿਹੜੀ ਹੈ ਉਹ ਬਹੁਤ ਗੰਦੇ ਤਰੀਕੇ ਨਾਲ ਕੰਮ ਕਰ ਰਹੀ ਹੈ। ਇੱਕ ਈਗੋ ਤੇ ਆ ਕੇ ਉਹ ਰੁਕ ਗਈ ਆ, ਕਿਉਂਕਿ ਜਦੋਂ ਅਸੀਂ ਨਰਿੰਦਰ ਸਿੰਘ ਤੋਮਰ ਹੋਣਾ ਦੀ ਇੱਕ ਟੋਨ ਦੇਖਦੇ ਹਾਂ ਤਾਂ ਟੋਨ ਇੰਨਾ ਲੱਗਦੀ ਹੈ ਕਿ ਬਈ ਹੁਣ ਤੁਹਾਨੂੰ ਪਰਵਾਹ ਨਹੀਂ ਹੈਗੀ, ਤੁਸੀਂ ਜੇ ਅਮੈਂਡਮੈਂਟ ਤੇ ਆਉਣਾ ਤਾਂ ਗੱਲ ਕਰ ਲਓ, ਨਹੀਂ ਆਉਣਾ ਤਾਂ ਫਿਰ ਤੁਹਾਡੀ ਮਰਜ਼ੀ ਆ। ਐਵੇਂ ਨਹੀਂ ਅੱਜ ਵਾਲੀ ਮੀਟਿੰਗ ਜਿਹੜੀ ਆ ਉਹ ਪੋਸਟਪੋਨ ਹੋਈ, ਇਹਦੇ ਪਿੱਛੇ ਵੀ ਕੋਈ ਵੱਡੀ ਗੱਲ ਹੈ। ਸੋ ਖੈਰ ਸਾਹਿਬ, ਇਸ ਤੋਂ ਬਾਅਦ ਜੇਕਰ ਮੌਸਮ ਦੀ ਗੱਲ ਕਰ ਲਈਏ ਤਾਂ ਮੌਸਮ ਜਿਹੜਾ ਹੈ ਉਹ ਲਗਾਤਾਰ ਬਦਲ ਰਿਹਾ ਹੈ। ਆਪਾਂ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰ ਲਈਏ ਤਾਂ ਦਿੱਲੀ ਵਿੱਚ ਹੁਣ ਮੈਂ ਕਹਾਂ ਕਿ ਜਿਹੜਾ ਹਾਲਾਤ ਹੈ ਬਹੁਤੇ ਬੱਤਰ ਹੋਣੇ ਸ਼ੁਰੂ ਹੋ ਚੁੱਕੇ ਨੇ। ਇਸੇ ਕੰਡੀਸ਼ਨ ਵਿੱਚ ਵੀ ਸਾਡੇ ਜਿਹੜੇ ਕਿਸਾਨ ਨੇ ਉਹ ਖੁੱਲੀਆਂ ਹਵਾਵਾਂ ਵਿੱਚ ਬੈਠੇ ਹੋਏ ਨੇ, ਖੁੱਲੇ ਆਸਮਾਨ ਵਿੱਚ ਬੈਠੇ ਹੋਏ ਨੇ। ਬਾਰਿਸ਼ਾਂ ਵੀ ਅਸੀਂ ਲੰਘਾ ਚੁੱਕੇ ਹਾਂ। ਅਸੀਂ ਬਹੁਤ ਮੈਂ ਕਹਿੰਦਾ ਜਿਹੜੀ ਠਰਦੀ ਠੰਡ ਹੈ ਉਹ ਹਾਲੇ ਵੀ ਚੱਲ ਰਹੀ ਹੈ, ਪਰ ਜਿਹੜੀ ਬਹੁਤ ਜ਼ਿਆਦਾ ਸੀਗੀ ਦਸੰਬਰ ਜਨਵਰੀ ਦੀ, ਆਪਾਂ ਉਹ ਵੀ ਸਮਾਂ ਲੰਘਾ ਲਿਆ। ਪਰ ਜਿਹੜਾ 에ਅਰ ਕੁਆਲਿਟੀ ਇੰਡੈਕਸ ਦੀ ਜੇਕਰ ਗੱਲ ਕਰੀਏ ਤਾਂ ਉਹਦਾ ਜਿਹੜਾ ਲੈਵਲ ਹੈ ਬਹੁਤ ਜ਼ਿਆਦਾ ਖਰਾਬ ਹੁੰਦਾ ਜਾ ਰਿਹਾ, ਜਿਸ ਕਰਕੇ ਲੋਕਾਂ ਨੂੰ ਹੋਰ ਪਰੇਸ਼ਾਨੀਆਂ ਆ ਸਕਦੀਆਂ ਨੇ। ਸੋ ਕਮ ਸੇ ਕਮ ਸਰਕਾਰ ਨੂੰ ਉਹਦਾ ਹਵਾਲਾ ਹੀ ਲੈ ਕੇ ਕਮ ਸੇ ਕਮ ਜਿਹੜਾ ਬਸ਼ਰਮੀ ਭਰਿਆ ਮੈਂ ਕਹਿੰਦਾ ਜਿਹੜਾ ਐਕਟ ਜਿਹੜਾ ਹੁਣ ਕਰ ਰਹੀ ਹੈ ਉਸ ਤੋਂ ਉੱਪਰ ਉੱਠ ਕੇ ਥੋੜੀ ਜਿਹੀ ਇਨਸਾਨੀਅਤ ਉਹਨਾਂ ਨੂੰ ਵਰਤਣੀ ਚਾਹੀਦੀ ਹੈ ਤੇ ਜਲਦੀ ਹੱਲ ਇਸਦਾ ਕੱਢਣਾ ਚਾਹੀਦਾ। ਮਨੁੱਖ ਬਹੁਤ ਲਾਲਚੀ ਆ। ਜਦੋਂ ਕਰੋਨਾ ਆਇਆ ਤਾਂ ਉਦੋਂ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਬਹੁਤ ਕੁਝ ਕਰਤਾ ਆਪਣੇ ਲਾਲਚ 'ਚ, ਸਾਨੂੰ ਪਤਾ ਹੀ ਨਹੀਂ ਅਸੀਂ ਕਿਹੜੀ ਜ਼ਹਿਰ ਦੇ ਵਿੱਚ ਰਹਿਣਾ ਸ਼ੁਰੂ ਕਰਦੇ ਹਾਂ। ਜਦੋਂ ਜਲੰਧਰ ਤੋਂ ਤੁਹਾਨੂੰ ਸ਼ਿਵਾਲਕ ਦੀਆਂ ਪਹਾੜੀਆਂ ਦੇਖਣ ਲੱਗ ਪੈਣਾ ਤੇ ਫਿਰ ਤੁਸੀਂ ਹਿਸਾਬ ਲਾ ਲਓ ਕਿ ਕਿੱਡੀ ਮੋਟੀ ਚਾਦਰ ਜਿਹੜੀ ਹੈ ਅਸੀਂ ਚੜਾ ਦਿੱਤੀ ਸੀਗੀ। ਅਸੀਂ ਓਜ਼ੋਨ ਗੈਸ ਜਿਹੜੀ ਆ ਉਹ ਡਿਪਲੀਟ ਹੋਣ ਰਹੀ ਆ, ਕਾਰਬਨ ਡਾਈਆਕਸਾਈਡ ਲਗਾਤਾਰ ਵੱਧ ਰਹੀ ਹੈ, ਸਾਨੂੰ ਉਹਦਾ ਕੋਈ ਫਿਕਰ ਹੀ ਨਹੀਂ ਹੈਗਾ। 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰਾਂ ਦਿੱਲੀ ਦਾ ਤੇ ਉਹ ਕਿਤੇ ਨਾ ਕਿਤੇ 439 ਤੱਕ ਹਿੱਟ ਕਰ ਗਿਆ, ਜਿਹੜਾ ਕਿ ਕਦੇ ਵੀ ਨਹੀਂ ਹੋਣਾ ਚਾਹੀਦਾ। ਉੱਥੇ ਜ਼ਹਿਰ ਦੇ ਵਿੱਚ ਤੁਸੀਂ ਸਾਹ ਲੈਂਦੇ ਹੋ, ਗੈਸ ਚੈਂਬਰ ਬਣ ਗਿਆ। ਬਹੁਤ ਸਾਰੇ ਜਿਹੜੇ CGI ਦੇ ਸੁਪਰੀਮ ਕੋਰਟ ਦੇ ਜਿਹੜੇ ਜੱਜ ਸੀਗੇ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਗੈਸ ਚੈਂਬਰ 'ਚ ਰਹਿ ਰਹੇ ਹਾਂ, ਸਰਕਾਰ ਕਰਦੀ ਕਿਉਂ ਨਹੀਂ? ਇਹ ਤਾਂ ਇੱਕ ਬੰਨੇ ਦੀ ਗੱਲ ਹੋ ਗਈ ਜੀ, ਤੁਸੀਂ ਗੱਲ ਕਰ ਦਿੱਤੀ, ਫਿਰ ਸਰਕਾਰਾਂ ਸੋਚਦੀਆਂ ਕਿਉਂ ਨਹੀਂ? ਇਹ ਦੂਸਰੇ ਬੰਨੇ ਦੀ ਗੱਲ ਹੋ ਗਈ ਕਿ ਸਰਕਾਰਾਂ ਦੀ ਮਨਸ਼ਾ ਨਹੀਂ, ਇਸ ਕਰਕੇ ਉਹ ਸੋਚਦੀਆਂ ਨਹੀਂ। ਨਾ ਹੀ ਸੁਪਰੀਮ ਕੋਰਟ ਸੋ ਮੋਟੋ ਲੈਂਦਾ ਕਿਸੇ ਚੀਜ਼ਾਂ ਦੇ ਉੱਤੇ। ਜੇ ਸੋ ਮੋਟੋ ਲੈਣਾ ਹੁੰਦਾ ਤੇ ਉਦੋਂ ਨਹੀਂ ਲੈਂਦਾ ਕਿ ਕਿਉਂ ਤੁਸੀਂ ਇਹਨਾਂ ਦੇ ਉੱਤੇ ਪਾਣੀ ਦੀਆਂ ਵਿਛਾੜਾਂ ਕੀਤੀਆਂ, ਕਿਉਂ ਤੁਸੀਂ ਨੈਸ਼ਨਲ ਹਾਈਵੇ ਨੂੰ ਪੁੱਟ ਦਿੱਤਾ, ਕਿਉਂ ਤੁਸੀਂ ਜਿਹੜਾ ਹੈ ਕਿਸੇ ਨੂੰ ਅੰਦੋਲਨ ਕਰਨ ਤੋਂ ਰੋਕਣ ਦੇ ਹੋ। ਇਹ ਕਿਤੇ ਨਾ ਕਿਤੇ ਉਦੋਂ ਕੰਮ ਹੋ ਸਕਦਾ ਸੀਗਾ। ਫਿਰ ਹੁਣ ਤੁਸੀਂ ਗੱਲ ਕਰਦੇ ਹੋ ਕਿ ਇਹ ਜਿਹੜਾ ਕੁਆਲਿਟੀ ਹੈ ਇੰਡੈਕਸ ਹੈ ਇਹ ਐਡਾ ਕਿੱਦਾਂ ਵੱਧ ਗਿਆ। ਇਹ ਕਹਿੰਦੇ ਆ ਹਰ ਵਾਰ ਕਿ ਜੀ ਜਦੋਂ ਅਸੀਂ ਪੈਡੀ ਝੋਨਾ ਜਿਹੜਾ ਹੈ ਉਹਦੀ ਸਾੜਦੇ ਆ ਜਾਂ ਕਣਕ ਦੀ ਜਿਹੜਾ ਸਾੜਦੇ ਆ ਉਦੋਂ ਜ਼ਿਆਦਾ ਵੱਧ ਜਾਂਦਾ। ਉਹ ਕਿਤੇ ਨਾ ਕਿਤੇ ਕਹਿੰਦੇ ਜੀ 8-10% ਜਿਹੜਾ ਹੈ ਉਹ ਕਿਤੇ ਨਾ ਕਿਤੇ ਆਉਂਦਾ, ਉਹ ਵੀ ਸੀਜ਼ਨਲੀ ਆਉਂਦਾ ਆ। ਬਾਕੀ ਜਿਹੜਾ ਆਪਾਂ ਕਹਿ ਲਈਏ ਕਿ ਪੋਲਿਊਸ਼ਨ ਹੈ ਉਹ ਸਿਰਫ ਤੇ ਸਿਰਫ ਦਿੱਲੀ ਦਾ ਆ। ਇਹ ਮੈਂ ਗੱਲ ਇਸ ਲਈ ਕਰ ਰਿਹਾ, ਇਹ ਕਹਾਣੀ ਮੈਂ ਤੁਹਾਨੂੰ ਇਸ ਲਈ ਸੁਣਾ ਰਿਹਾ, ਪਿੱਛੇ ਜੇ 927 ਕਰੋੜ ਦੀ ਇੱਕ ਬਿਲਡਿੰਗ ਜਿਹੜੀ ਹੈ ਤਕਰੀਬਨ ਉਹਦੇ ਕਹਿੰਦੇ ਜੇ ਉਹ ਪੂਰਾ ਵਿਸਟਾ ਪ੍ਰੋਜੈਕਟ ਹੈ ਉਹਦੇ ਤੇ 2000 ਕਰੋੜ ਰੁਪਇਆ ਖਰਚਿਆ ਜਾਣਾ ਆ। ਤੇ ਕੰਸਟਰਕਸ਼ਨ ਦਾ ਸਭ ਤੋਂ ਜ਼ਿਆਦਾ ਜਿਹੜਾ ਹੈ ਉੱਥੇ ਪੋਲਿਊਸ਼ਨ ਹੈ। ਤੇ ਜਦੋਂ ਪਾਰਲੀਮੈਂਟ ਦੇ ਵਿੱਚ ਤੁਹਾਨੂੰ ਬਿਨਾਂ ਇਦਾਂ ਦੀਆਂ ਚੀਜ਼ਾਂ ਤੋਂ ਕਲੀਅਰੈਂਸ ਮਿਲਣੀ ਤਾਂ ਤੁਸੀਂ ਹਿਸਾਬ ਲਾ ਸਕਦੇ ਹੋ ਫਿਰ ਜਿਹੜਿਆਂ ਦੇ ਜਹਾਜ਼ਾਂ 'ਚ ਬਹਿ ਕੇ ਝੂਟੇ ਲਏ ਸੀ ਉਹਨਾਂ ਦੀਆਂ ਬਿਲਡਿੰਗਾਂ ਨੂੰ ਤਾਂ ਰੋਕਣੀ ਕੋਈ ਨਹੀਂ ਸਕਦਾ। ਇੱਕ ਤਰੀਕੇ ਨਾਲ ਸਰਕਾਰਾਂ ਜਿਹੜੀਆਂ ਨੇ ਉਹ ਨਾ ਤੇ ਆਪਾਂ ਕਹੀਏ ਇੰਪਲੋਇਮੈਂਟ ਤੇ ਗੱਲ ਕਰ ਰਹੀਆਂ, ਨਾ ਤੇ ਇਨਵਾਇਰਨਮੈਂਟ ਤੇ ਗੱਲ ਕਰ ਰਹੀਆਂ। ਕੁਆਲਿਟੀ ਲਾਈਫ ਜਿਹੜੀ ਹੈ ਉਹ ਕਿਸੇ ਵੀ ਸਰਕਾਰ ਦਾ ਏਜੰਡਾ ਨਹੀਂ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ 'ਚ ਹੋਵੇ, ਚਾਹੇ ਉਹ ਕਿਸੇ ਹੋਰ ਦੀ ਸਰਕਾਰ ਕਿਤੇ ਹੋਵੇ, ਚਾਹੇ ਉਹ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੀ ਸਰਕਾਰ ਸੈਂਟਰ ਦੇ ਵਿੱਚ ਹੋਵੇ। ਸੋ ਕਿਤੇ ਨਾ ਇਹ ਜਿਹੜੀਆਂ ਬੇਸਿਕ ਚੀਜ਼ਾਂ ਹੈ ਇਹਦੇ ਉੱਤੇ ਕਿਸੇ ਦਾ ਧਿਆਨ ਨਹੀਂ ਹੈਗਾ। ਇਹਨਾਂ ਨੂੰ ਧਿਆਨ ਦਿਵਾਉਣਾ ਲਈ ਸਾਨੂੰ ਇਦਾਂ ਦੇ ਅੰਦੋਲਨ ਹੋਰ ਵੀ ਵੰਡਣੇ ਚਾਹੀਦੇ ਨੇ। ਇੱਕ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਜਿਹੜਾ ਹੈ ਬਾਕੀ ਲੋਕਾਂ ਨੂੰ ਹੌਸਲਾ ਦੇ ਕੇ ਜਾਊਗਾ ਕਿ ਭਾਈ
ਜੇ ਅਸੀਂ ਖੜੇ ਨੇ ਤਾਂ ਤੁਸੀਂ ਵੀ ਖੜ ਕੇ ਸੱਚ ਹੱਕ ਦੀ ਲੜਾਈ ਲੜ ਸਕਦੇ ਹੋ। ਜੀ ਖੈਰ ਸਾਹਿਬ, ਜੇਕਰ ਹੁਣ ਤੁਸੀਂ ਨਰਿੰਦਰ ਮੋਦੀ ਹੁਣਾਂ ਦੀ ਗੱਲ ਕੀਤੀ ਹੈ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਬੜੇ ਐਕਟਿਵ ਨੇ। ਮੈਂ ਕਹਿੰਦਾ ਟਵਿੱਟਰ ਤੇ ਕੋਈ ਗੱਲ ਹੋਵੇ ਠਾ ਕਰਕੇ ਕਮੈਂਟ ਆਉਂਦਾ ਵਾ, ਠਾ ਕਰਕੇ ਟਵੀਟ ਕਰ ਦਿੰਦੇ ਨੇ। ਹੁਣੇ ਚਲੋ ਚੰਗੀ ਖਬਰ ਹੈ ਕਿ ਸਾਡੀ ਜਿਹੜੀ ਇੰਡੀਅਨ ਟੀਮ ਹੈ ਕ੍ਰਿਕਟ ਦੀ, ਆਸਟ੍ਰੇਲੀਆ ਵਿੱਚ ਟੈਸਟ ਮੈਚ ਖੇਡ ਰਹੀ ਸੀਗੀ ਐਂਡ ਮੈਚ ਜਿੱਤ ਗਈ। ਲਾਸਟ ਡੇ ਤੇ ਕਾਫੀ ਵੱਡਾ ਸਕੋਰ ਸੀਗਾ, ਬਟ ਫਿਰ ਵੀ ਉਹਨਾਂ ਨੇ ਲਾਸਟ ਡੇ ਦੇ ਵਿੱਚ ਉਹਨਾਂ ਨੇ 300+ ਸਕੋਰ ਜਿਹੜੇ ਮਾਰਨੇ ਸੀ ਉਹਨਾਂ ਨੇ ਮਾਰ ਦਿੱਤੇ ਤੇ ਇਤਿਹਾਸ ਰਚ ਦਿੱਤਾ ਕਿ ਹਾਂ ਵੀ 2-1 ਦੇ ਨਾਲ ਆਪਣੀ ਟੈਸਟ ਸੀਰੀਜ਼ ਜਿੱਤ ਗਏ। ਮੋਦੀ ਹੋਣਾ ਨੇ ਫਟਾਫਟ ਨਾਲ ਹੀ ਜੀ ਟਵੀਟ ਕਰਤਾ ਕਿ ਕੰਗ੍ਰੈਚੁਲੇਸ਼ਨਸ ਇਹ ਵੋ ਹੈ ਨਾ। ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਹਾਂ ਵੀ ਚਾਹੇ ਕਿਸੇ ਦੇ ਨਿਆਣਾ ਜੰਮਿਆ ਹੋਵੇ, ਚਾਹੇ ਕੋਈ ਮੈਂ ਕਹਿੰਦਾ ਕਿਸੇ ਦੇ ਵਿਆਹ ਹੋਇਆ ਹੋਵੇ, ਭਾਵੇਂ ਮੈਚ ਜਿੱਤੀ ਹੋਵੇ, ਫਟਾਫਟ ਸਾਡੇ ਪ੍ਰਧਾਨ ਮੰਤਰੀ ਜੀ ਦਾ ਨਾ ਟਵੀਟ ਆ ਜਾਂਦਾ ਨਾ। ਭਲਾ ਉਹ ਜਿਹੜੇ ਕਿਸਾਨ ਨੇ ਉਹ ਸਾਡੇ ਦੇਸ਼ ਦੇ ਨੇ, ਹੈ ਨਾ। ਇੰਨੇ ਲੋਕੀ ਉੱਥੇ ਮੈਂ ਕਹਿੰਦਾ ਸ਼ਹੀਦ ਹੋ ਚੁੱਕੇ ਨੇ, ਘਰੋਂ ਦੇ ਉੱਥੇ ਬੈਠੇ ਨੇ। ਕੋਈ ਇੱਕ ਸਿੰਪਲ ਸਿੰਪਥੀ ਵਾਲਾ ਇੱਕ ਸਿੰਗਲ ਟਵੀਟ ਉਹਨਾਂ ਕੋਲ ਅੱਜ ਤੱਕ ਨਹੀਂ ਕਰ ਹੋਇਆ ਕਿ ਹਾਂ ਵੀ ਤੁਹਾਡਾ ਨਾਲ ਹਾਲ ਚਾਲ ਹੀ ਪੁੱਛ ਲਾਂ ਬਜ਼ੁਰਗੋ, ਕਿ ਹਾਂ ਚਲੋ ਤੁਹਾਡੀ ਉਮਰ ਦੇ ਹੀ ਨੇ, ਹੈ ਨਾ। ਤੁਹਾਡੇ ਪ੍ਰਧਾਨ ਮੰਤਰੀ ਦੀ ਉਮਰ ਕਿਹੜਾ ਘੱਟ ਹੈ, ਤੁਹਾਡੀ ਉਮਰ ਦੇ ਨੇ, ਤੁਹਾਡੇ ਤੋਂ ਹੋਰ ਉਮਰਾਂ ਦੇ ਬੈਠੇ ਨੇ, ਬਹੁਤ ਨਿੱਕੇ ਬੱਚੇ ਵੀ ਬੈਠੇ ਨੇ ਉੱਥੇ, 7-8 ਸਾਲ ਦੇ ਬੱਚੇ ਵੀ ਬੈਠੇ ਨੇ ਉੱਥੇ, 1-2 ਸਾਲ ਦੇ ਬੱਚੇ ਵੀ ਬੈਠੇ ਹੋਏ ਨੇ। ਤੁਹਾਡੇ ਮਨ ਵਿੱਚ ਜ਼ਰਾ ਇੱਕ ਸੈਕਿੰਡ ਲਈ ਕਿਸੇ ਲਈ ਤਰਸ, ਕੋਈ ਕੁਝ ਵੀ ਨਹੀਂ ਆਇਆ, ਤੁਸੀਂ ਉਹਨਾਂ ਲਈ ਅੱਜ ਤੱਕ ਇੱਕ ਚੀਜ਼ ਨਹੀਂ ਲਿਖ ਪਾਏ। ਸੋ ਉਸ ਪਰਸਨ ਨੂੰ, ਉਸ ਇਨਸਾਨ ਨੂੰ ਅਸੀਂ ਚਲੋ ਮਜਬੂਰੀ ਹੈ ਪ੍ਰਧਾਨ ਮੰਤਰੀ ਕਹਿਣਾ ਪੈਂਦਾ, ਨਹੀਂ ਤਾਂ ਜਿੰਨਾ ਕੁ ਇੱਜ਼ਤ ਮਾਣ ਅੱਜ ਕੱਲ੍ਹ ਉਹਨਾਂ ਨੂੰ ਗਲੀ ਵਿੱਚ ਲੋਕੀ ਦੇ ਰਹੇ ਨੇ ਨਾ, ਉਸ ਚਲੋ ਇੰਟਰਨੈਸ਼ਨਲ ਮੀਡੀਆ ਦੇ ਉੱਪਰ ਆਪਾਂ ਤਾਂ ਚਲੋ ਨਹੀਂ ਦੇ ਸਕਦੇ, ਪਰ ਉਹ ਕਿਤੇ ਲੱਗਦਾ ਹੈ ਕਿ ਹਾਂ ਵੀ ਜਿਹੜਾ ਉਹਨਾਂ ਨੂੰ ਇੱਜ਼ਤ ਮਾਣ ਅੱਜ ਕੱਲ੍ਹ ਮਿਲ ਰਿਹਾ ਨਾ, ਉਹ ਡਿਜ਼ਰਵ ਵੀ ਕਰਦੇ ਨੇ। ਦੇਖੋ, ਇੱਜ਼ਤ ਮਾਣ ਉਹਨਾਂ ਨੂੰ ਗਲੀ 'ਚ ਨਹੀਂ, ਪੂਰੇ ਪੰਜਾਬ ਦੇ ਵਿੱਚ ਤੇ ਪੂਰੇ ਹਰਿਆਣਾ ਦੇ ਵਿੱਚ ਤਾਂ ਉਹਨਾਂ ਦਾ ਇੰਨਾ ਪਿਆਰ ਪੈ ਗਿਆ ਕਿ ਹਰ ਕਿਸੇ ਦੀ ਜ਼ੁਬਾਨ ਦੇ ਵਿੱਚ ਇਹੀ ਦੋ ਥਾਂ ਨੇ। ਆਪਾਂ ਹਰ ਵਾਰ ਮੈਂ ਗੱਲ ਕਰਦਾ ਹੁੰਦਾ ਕਿ ਇੱਥੇ ਸਿਰਫ ਲੋਕੀ ਥੋੜ੍ਹੇ ਜਿਹੇ ਗਿਣਵੇਂ ਜਿਹੇ ਰਹਿ ਗਏ ਜਿਨ੍ਹਾਂ ਨੂੰ ਪਿਆਰ ਅਸੀਂ ਹੁਣ ਦੇ ਰਹੇ ਹਾਂ। ਇੱਕ ਤਰੀਕੇ ਨਾਲ ਮਨਸ਼ੇ ਦੀ ਗੱਲ ਹੁੰਦੀ ਹੈ ਮੋਹਿਤ ਜੀ। ਤੁਹਾਨੂੰ ਮੈਨੂੰ ਲੱਗਦਾ ਹੁੰਦਾ ਕਿ ਮੋਦੀ ਸਾਹਿਬ ਇੱਕ ਸਕ੍ਰਿਪਟਡ ਜਿਹੜੀ ਚੀਜ਼ ਲੈ ਕੇ ਆਉਂਦੇ ਆ, ਉਹ ਸਕ੍ਰਿਪਟਡ ਚੀਜ਼ ਬੋਲ ਕੇ ਚਲੇ ਜਾਂਦੇ ਆ। ਉਹਨਾਂ ਨੂੰ ਨਹੀਂ ਪਤਾ ਕਿ ਮੈਂ ਕੁਝ ਗਲਤ ਕਰ ਲਿਆ ਤੇ ਮੈਂ ਕੁਝ ਨਾ ਕਰ ਲਿਆ। ਹੁਣ ਅਸੀਂ ਸ਼ਾਇਦ ਤੁਸੀਂ ਗੱਲ ਨੋਟਿਸ ਕੀਤੀ ਹੋਵੇ ਕਿ ਜੇ ਉਹਨਾਂ ਦੇ ਨਾਲ ਕੋਈ ਇੰਟਰਵਿਊ ਕਰਦਾ ਤੇ ਉਹਨੂੰ ਸਕ੍ਰਿਪਟਡ ਸਵਾਲ ਹੁੰਦੇ ਆ। ਜੀ ਉਹੀ ਸਵਾਲ ਇੱਦਾਂ ਲੱਗਦਾ ਕਿ ਉਹ ਮੋਦੀ ਦੀ ਸਿਰਫ ਪ੍ਰਸ਼ੰਸਾ ਕਰਨ ਦੇ ਲਈ ਆਏ ਨੇ। ਇੱਕ ਹੋਰ ਗੱਲ ਮੈਂ ਤੁਹਾਨੂੰ ਹਾਸੋ ਨਹੀਂ ਦੱਸਦਾ ਕਿ ਮੈਂ ਥੋੜ੍ਹੇ ਦਿਨ ਪਹਿਲਾਂ ਆਪਣਾ ਜਿਹੜਾ ਸੋਸ਼ਲ ਅਕਾਊਂਟ ਆ ਉਹਨੂੰ ਦੇਖ ਰਿਹਾ, ਉੱਥੇ ਕਿਸੇ ਨੇ ਮੀਮ ਬਣਾਇਆ ਸੀਗਾ ਤੁਹਾਡੀ ਗੱਲ ਹੁਣੇ ਕਿ ਬਈ ਇਹ ਕਦੀ ਕਿਸੇ ਮੁੰਡੇ ਦੇ ਹੋਏ ਤੇ ਟਵੀਟ ਕਰਦਾ, ਕਦੀ ਕਿਸੇ ਦੇ ਵਿਆਹ ਤੇ ਕਰਦਾ, ਕਿਤੇ ਵਧਾਈ ਮੰਗਣ ਦਾ ਸ਼ੌਂਕ ਤੇ ਨਹੀਂ ਹੈ। ਸੋ ਦੇਖੋ ਤੁਸੀਂ ਇਹ ਕਿਤੇ ਗੱਲਾਂ ਆਮ ਨਹੀਂ ਨਿਕਲਦੀਆਂ, ਇਹ ਨਿਕਲਦੀਆਂ ਇਸ ਤਰੀਕੇ ਨਾਲ ਕਿ ਤੁਸੀਂ ਜਿਹੜਾ ਹੈ ਇੱਕ ਸੀਰੀਅਸ ਨਹੀਂ ਹੈਗੇ ਆਪਣੀ ਜੌਬ ਨੂੰ ਲੈ ਕੇ, ਆਪਣੀ ਕੁਰਸੀ ਨੂੰ ਲੈ ਕੇ, ਆਪਣੇ ਆਵਾਮ ਨੂੰ ਲੈ ਕੇ ਔਰ ਡੈਮੋਕ੍ਰੇਸੀ ਨੂੰ ਲੈ ਕੇ। ਡੈਮੋਕ੍ਰੇਸੀ ਜਿਹੜੀ ਹੈ ਆਪਾਂ ਉਹਨੂੰ ਦੋ ਤਰੀਕੇ ਨਾਲ ਵੰਡਦੇ ਹਾਂ। ਇੱਕ ਹੁੰਦਾ ਬਨਾਨਾ ਡੈਮੋਕ੍ਰੇਸੀ, ਬਨਾਨਾ ਰਿਪਬਲਿਕ ਜਿਹਨੂੰ ਅਸੀਂ ਕਹਿੰਦੇ ਹਾਂ, ਔਰ ਦੂਸਰੇ ਬੰਨੇ ਹੁੰਦਾ ਡੈਮੋਕ੍ਰੇਸੀ। ਬਨਾਨਾ ਰਿਪਬਲਿਕ ਜਿਹੜੀ ਹੈ ਉਹਦੇ ਵਿੱਚ ਤੁਸੀਂ ਇਹ ਤਾਂ ਕਹਿੰਦੇ ਆ ਵੀ ਅਸੀਂ ਤਾਂ ਖੁੱਲ੍ਹੀ ਛੱਡੀ ਹੋਈ ਹੈ, ਜੋ ਮਰਜ਼ੀ ਸਾਡਾ ਆਵਾਮ ਕਰਦੇ ਰਹੇ, ਸਾਨੂੰ ਕੋਈ ਫਰਕ ਨਹੀਂ ਆ। ਪਰ ਜਦੋਂ ਕੁਛ ਆਵਾਮ ਕਰਨਾ ਚਾਹੁੰਦੀ ਹੈ ਤਾਂ ਤੁਸੀਂ ਸ਼ਿਕੰਜਾ ਕੱਸ ਦਿੰਦੇ ਆ ਜੀ। ਹੁਣ ਕਿਤੇ ਨਾ ਕਿਤੇ ਲੋਕ ਕਹਿ ਰਹੇ ਨੇ, ਪੋਲੀਟੀਕਲ ਐਕਸਪਰਟ ਕਹਿ ਰਹੇ ਨੇ ਕਿ ਜਿਹੜੀ ਡੈਮੋਕ੍ਰੇਸੀ ਹੈ ਇਹਨੂੰ ਬਨਾਨਾ ਰਿਪਬਲਿਕ ਜਿਹੜਾ ਹੈ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜਾ ਕਿ ਬਹੁਤ ਘਾਤਕ ਹੋ ਸਕਦਾ ਹੈ ਜੀ। ਸੋ ਚਲੋ ਆ ਤਾਂ ਸਾਰੀਆਂ ਗੱਲਾਂ ਸਨ ਕਿਸਾਨੀ ਅੰਦੋਲਨ ਨੂੰ ਲੈ ਕੇ, ਤੇ ਜਿਵੇਂ ਕਿ ਅਸੀਂ ਆਖਿਆ ਕਿ ਕੱਲ੍ਹ ਦਾ ਦਿਨ ਕਾਫੀ ਅਹਿਮ ਹੋ ਸਕਦਾ ਹੈ, ਤੇ ਭਾਰਤ ਦੀ ਗੱਲ ਤਾਂ ਅਸੀਂ ਕਰ ਦਿੱਤੀ ਕਿ ਕੱਲ੍ਹ ਨੂੰ ਭਾਰਤ ਲਈ ਕਾਫੀ ਅਹਿਮ ਦਿਨ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਇਤਿਹਾਸ ਵਿੱਚ ਵੀ ਕੱਲ੍ਹ ਬਹੁਤ ਵੱਡਾ ਦਿਨ ਹੈ। ਸੋ ਉਹਦੇ ਬਾਰੇ ਗੱਲਬਾਤ ਕਰਦੇ ਹਾਂ, ਪਰ ਹੁਣ ਵੇਲਾ ਹੋ ਚੁੱਕਾ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲ ਕਰਦੇ ਹਾਂ ਅਮਰੀਕੀ ਪੋਲਿਟਿਕਸ ਦੇ ਬਾਰੇ। Dr. Takkar's Medical Spa, Sacramento ਦੇ ਹੁਨਰਮੰਦ ਮੈਡੀਕਲ ਸਪਾ। ਇਹਨਾਂ ਦਾ ਮਿਹਨਤੀ ਸਟਾਫ ਤੁਹਾਨੂੰ ਬਣਾਉਂਦਾ ਹੈ ਖੂਬਸੂਰਤ ਤੇ ਸ਼ਾਨਦਾਰ। ਤੱਕਰ ਮੈਡੀਕਲ ਸਪਾ ਤੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਲੇਜ਼ਰ ਮੈਡੀਕਲ ਹੈਅਰ ਰਿਮੂਵਲ, ਰਿੰਕਲ ਟ੍ਰੀਟਮੈਂਟ, ਸਕਿਨ ਕੇਅਰ, ਸਕਿਨ ਟਾਈਟਨਿੰਗ, ਫੇਸ਼ੀਅਲ, ਵੋਲਿਊਮ ਲਾਸ, ਲੇਜ਼ਰ ਵੇਨ ਰਿਮੂਵਲ, ਡਾਰਕ ਸਪੌਟ ਰਿਮੂਵਲ। ਤੁਹਾਡੇ ਬਜਟ ਵਿੱਚ ਹੀ ਤੁਹਾਨੂੰ ਸ਼ਾਨਦਾਰ ਲਾਈਫਸਟਾਈਲ ਦੇਣ ਵਾਲੇ Dr. Takkar's Medical Spa, 8191 Timberlake Way, Suite 350, Sacramento, California, 95823. Phone 916-688-9994. Phone 916-688 9994। ਰਾਸ਼ਟਰਪਤੀ ਕਮਲਾ ਹੈਰਿਸ ਨੇ ਉਹਨਾਂ ਨੇ ਸਹੁੰ ਚੁੱਕਣੀ ਹੈ। ਸੋ ਇੱਕ ਬੜਾ ਵੱਡਾ ਦਿਨ ਹੋਏਗਾ ਕਿਉਂਕਿ 46ਵੇਂ ਜਿਹੜੇ ਰਾਸ਼ਟਰਪਤੀ ਹੋਣਗੇ ਜੋ ਬਾਈਡਨ, ਤੇ ਮੈਂ ਕਹਿੰਦਾ ਪੂਰੀ ਅਮਰੀਕੀ ਨੂੰ ਜਿਹੜੀ ਸੋ ਮੈਂ ਕਹਿੰਦਾ ਕਿ ਪੂਰੀ ਅਮਰੀਕਾ ਜਿਹੜੀ ਆਵਾਮ ਹੈ ਐਂਡ ਈਵਨ ਪੂਰੀ ਦੁਨੀਆ ਦੀ ਜਿਹੜੀ ਆਵਾਮ ਹੈ ਉਹ ਬੜੀ ਜ਼ਿਆਦਾ ਹੋਪ ਰੱਖ ਰਹੇ ਨੇ ਬਾਈਡਨ ਤੋਂ ਕਿ ਹਾਂ ਵੀ ਬਾਈਡਨ ਸਾਹਿਬ ਆਉਣਗੇ ਤਾਂ ਚੰਗੇ ਮਿੱਤਰ ਬਣਨਗੇ, ਹਰ ਇੱਕ ਨੂੰ ਫਾਇਦਾ ਹੋਵੇਗਾ। ਇਮੀਗ੍ਰੇਸ਼ਨ ਦੇ ਵਿੱਚ ਕਾਫੀ ਸਾਰੇ ਚੇਂਜਸ ਆਉਣਗੇ, ਜਿਹੜਾ ਕੰਟਰੀਜ਼ ਉੱਪਰ ਬੈਨ ਲੱਗਾ ਹੋਇਆ ਉਹ ਉੱਧਰ ਜਾ ਸਕਦੇ ਨੇ। ਕਾਫੀ ਮਤਲਬ ਤਬਦੀਲੀ ਦੀ ਆਸ ਹੈ, ਇਕੱਲੇ ਅਮਰੀਕਾ ਤੋਂ ਨਹੀਂ ਹੋਰਾਂ ਮੁਲਕਾਂ ਨੂੰ ਵੀ। ਦੇਖੋ, ਤਬਦੀਲੀ ਤਾਂ ਆਉਂਦੀ ਆ ਜਦੋਂ ਕੋਈ ਨਵਾਂ ਸ਼ਾਸਕ ਆਉਂਦਾ ਹੈ। ਉਹ ਗੱਲ ਵੱਖਰੀ ਕਿ ਤਬਦੀਲੀ ਚੰਗੀ ਆ ਕਿ ਮਾੜੀ ਆ, ਉਹ ਬਾਅਦ ਵਿੱਚ ਪਤਾ ਲੱਗਦਾ ਹੈ।
ਸੋ ਜਦੋਂ ਟਰੰਪ ਸਾਹਿਬ ਆਏ ਸੀਗੇ, ਤੁਸੀਂ ਕਿਹਾ ਦੋਸਤੀਆਂ ਜਿਹੜੀਆਂ ਉਹ ਨਵੀਆਂ ਘੜੀਆਂ ਜਾਣਗੀਆਂ ਜੀ। ਬਾਕੀ ਉਮੀਦ ਤਾਂ ਇਹੀ ਆ ਕਿ ਦੋਸਤੀਆਂ ਨਵੀਆਂ ਘੜੀਆਂ ਜਾਣ। ਟਰੰਪ ਸਾਹਿਬ ਨੇ ਫਿਰ ਇਸ ਗੱਲ ਤੇ ਵੀ ਗੁੱਸਾ ਕਰ ਲੈਣਾ ਕਿ ਪਹਿਲਾਂ ਤੁਸੀਂ ਮੈਨੂੰ ਜੱਫੀ ਪਾ ਕੇ ਮਿਲਦੇ ਸੀਗੇ, ਹੁਣ ਤੁਸੀਂ ਅਗਲੇ ਨੂੰ ਕਿਵੇਂ ਜੱਫੀ ਪਾ ਕੇ ਮਿਲ ਸਕਦੇ ਹੋ। ਕਿਉਂਕਿ ਜਿਹੜਾ ਇਨਸਾਨ ਕਹੂਗਾ ਵੀ ਬਈ ਮੈਂ ਨਹੀਂ ਨਿਕਲਦਾ ਵਾਈਟ ਹਾਊਸ 'ਚੋਂ, ਜੋ ਕਰਨਾ ਕਰ ਲਓ, ਉਹਦਾ ਪਤਾ ਨਹੀਂ ਉਹ ਕੱਲ੍ਹ ਨੂੰ ਕੀ ਕਰ ਜਾਵੇ। ਇੱਕ ਤਰੀਕੇ ਦੇ ਨਾਲ ਹੁਣ ਜੇ ਅਸੀਂ ਜੋ ਬਾਈਡਨ ਦੀ ਗੱਲ ਕਰੀਏ ਜਾਂ ਕਮਲਾ ਹੈਰਿਸ ਦੀ ਗੱਲ ਕਰੀਏ ਤਾਂ ਦੋਹੇ ਜਿਹੜੇ ਨੇ ਬਹੁਤ ਤਕੜਾ ਐਕਸਪੀਰੀਅੰਸ ਇਹਨਾਂ ਕੋਲੇ ਇਸ ਐਡਮਿਨਿਸਟ੍ਰੇਟਿਵ ਪੋਸਟ ਦਾ, ਜਾਂ ਇਹ ਕਹਿ ਲਓ ਕਿ ਪੋਲਿਟਿਕਸ ਦਾ ਬਹੁਤ ਚੰਗਾ ਜਿਹੜਾ ਹੈ ਇੱਕ ਐਕਸਪੀਰੀਅੰਸ ਹੈ ਇਹਨਾਂ ਕੋਲੇ। ਜਦੋਂ ਅਸੀਂ ਗੱਲ ਕਰਦੇ ਹਾਂ ਬਾਈਡਨ ਸਾਹਿਬ ਹੁਣਾਂ ਦੀ, ਤਾਂ ਇਹ ਬਰਾਕ ਓਬਾਮਾ ਦੇ ਟਾਈਮ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ। ਇਸ ਤੋਂ ਇਲਾਵਾ ਇਹਨਾਂ ਨੇ ਫੋਰਨ ਤੇ ਐਕਸਟਰਨਲ ਮਿਨਿਸਟਰੀ ਦੇ ਵਿੱਚ ਵੀ ਬਹੁਤ ਕੰਮ ਕੀਤਾ ਹੈ। ਸੋ ਇੱਕ ਤਰੀਕੇ ਨਾਲ ਜੇ ਰਿਲੇਸ਼ਨ ਆਪਾਂ ਬੌਂਡ ਦੀ ਗੱਲ ਕਰੀਏ, ਜਿਹੜੇ ਬਿਲੈਟਰਲ ਇਸ਼ੂਜ਼ ਨੇ ਜਾਂ ਫਿਰ ਇਹ ਕਹਿ ਲਓ ਕਿ ਇੰਟਰਨੈਸ਼ਨਲ ਰਿਲੇਸ਼ਨ ਨੇ, ਉਹ ਸੁਧਰਨੇ ਤਾਂ ਇੱਕ ਤਰੀਕੇ ਦੇ ਨਾਲ ਬਹੁਤ ਸਹੀ ਹੈ, ਕਿਉਂਕਿ ਇਹਨਾਂ ਦਾ ਐਕਸਪੀਰੀਅੰਸ ਬੋਲੇਗਾ ਔਰ ਇਹ ਵੱਖ-ਵੱਖ ਤਰੀਕੇ ਦੇ ਨਾਲ ਮੀਟਿੰਗਾਂ ਕਰਨਗੇ। ਦੂਸਰੇ ਬੰਨੇ ਅਸੀਂ ਜੇ ਵਾਈਸ ਪ੍ਰੈਜ਼ੀਡੈਂਟ ਦੀ ਗੱਲ ਕਰ ਲਈਏ ਤਾਂ ਉਹ ਵੀ ਇੱਕ ਬਹੁਤ ਚੰਗਾ ਫੇਸ ਹੈ, ਔਰ ਉਹ ਫੇਸ ਜਿਹੜਾ ਇੱਕ ਪੂਰਾ ਗਲੋਬਲੀ ਇੱਕ ਤਰੀਕੇ ਨਾਲ ਰਿਪਰੈਜ਼ੈਂਟ ਕਰਦਾ ਹੈ ਹਰ ਕਿਸੇ ਚੀਜ਼ ਨੂੰ। ਅਫਰੀਕਨ ਮੂਲ ਹੈ, ਭਾਰਤੀ ਮੂਲ ਹੈ ਔਰ ਅਮਰੀਕਾ ਦਾ ਇੱਕ ਵਾਈਸ ਪ੍ਰੈਜ਼ੀਡੈਂਟ ਹੈ। ਸੋ ਕਿਤੇ ਨਾ ਕਿਤੇ ਨਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਚੰਗੀ ਸੋਚ ਜਿਹੜੀ ਹੈ ਉਹ ਦੇਖੀ ਜਾ ਸਕਦੀ ਹੈ। ਜੀ ਖੈਰ ਸਾਹਿਬ, ਤੁਸੀਂ ਗੱਲ ਕੀਤੀ ਕਿ ਹਾਂ ਬਈ ਜਿਹੜੇ ਟਰੰਪ ਸਾਹਿਬ ਨੇ ਉਹ ਤਾਂ ਵਾਈਟ ਹਾਊਸ ਛੱਡਣ ਦੀ ਗੱਲ ਨਹੀਂ ਕਰਦੇ ਹੈਗੇ, ਪਰ ਜਨਾਬ ਹੁਣ ਉਹਨਾਂ ਨੇ ਛੱਡਣਾ ਪੈਣਾ ਹੈ। ਅੱਜ ਜਾਂ ਕੱਲ੍ਹ ਉਹਨਾਂ ਨੇ ਆਪਣਾ ਬੋਰੀ ਬਿਸਤਰਾ ਪੂਰਾ ਪੈਕ ਕਰ ਲਿਆ ਹੈ, ਜਾਂ ਹੁਣ ਨਿਕਲ ਗਏ ਜਾਂ ਸਵੇਰ ਤੱਕ ਨਿਕਲ ਜਾਣਗੇ, ਕੋਈ ਬਹੁਤੀ ਵੱਡੀ ਗੱਲ ਨਹੀਂ। ਐਂਡ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਬਾਹਰ ਜਾਣਗੇ ਨਾ, ਤਾਂ ਸਭ ਤੋਂ ਲੋਐਸਟ ਜਿਹੜੇ ਮੈਂ ਕਹਿੰਦਾ ਅਪਰੂਵਲ ਰੇਟਿੰਗ ਹੋਵੇ ਪ੍ਰੈਜ਼ੀਡੈਂਸੀ, ਕਿ ਉਹਨਾਂ ਦੇ ਪੂਰੇ ਆਪਣੇ ਕਾਰਜਕਾਲ ਦੇ ਦੌਰਾਨ ਜੇਕਰ ਉਹਨਾਂ ਨੂੰ ਰੇਟਿੰਗ ਦਿੱਤੀ ਜਾਂਦੀ ਹੈ ਉਸ ਹਾਊਸ ਦੇ ਵੱਲੋਂ ਜਾਂ ਹੋਰਾਂ ਲੋਕਾਂ ਦੇ ਵੱਲੋਂ, ਤਾਂ ਸਿਰਫ 34% ਵੋਟਿੰਗ ਉਹਨਾਂ ਨੂੰ ਮਿਲੀ ਹੈ। ਮਤਲਬ ਤੁਸੀਂ ਪਾਸ ਵੀ ਨਹੀਂ ਹੋਏ, 35% ਵਾਲਾ ਪਾਸ ਹੁੰਦਾ ਤੁਸੀਂ ਉਸ ਜਿਹੜੀ ਮਿਆਦ ਹੈ, ਜਿਹੜਾ ਕਾਊਂਟ ਹੈ, ਤੁਸੀਂ ਉਹਦੇ ਵਿੱਚ ਵੀ ਪਾਸ ਨਹੀਂ ਹੋਏ। ਕਿਉਂਕਿ ਜਿਹੜਾ ਇਹਨਾਂ ਨੇ ਜਾਂਦੇ ਜਿਹੜਾ ਕੰਮ ਕਰਤਾ ਨਾ ਖਹਿਰਾ ਸਾਹਿਬ, 2-3 ਕੰਮ ਜਿਹੜੇ ਨੇ ਬਹੁਤ ਜ਼ਿਆਦਾ ਮਾੜੇ ਕੀਤੇ। ਨੋ ਡਾਊਟ ਉਹਨਾਂ ਨੇ ਆਪਣੇ ਕਨਸਟੀਟਿਊਸ਼ਨ ਦੇ ਟਾਈਮ ਹੋਰ ਵੀ ਕਾਫੀ ਸਾਰੇ ਕੰਮ ਜਿਹੜੇ ਨੇ ਉਹ ਮਾੜੇ ਕੀਤੇ, ਪਰ ਜਦੋਂ ਤੁਸੀਂ ਅਸੀਂ ਇਹਨਾਂ ਨੂੰ ਮਤਲਬ ਆਪਾਂ ਉਹਨਾਂ ਦੀ ਖਬਰਾਂ ਦਾ ਡਿਸਕਸ ਕਰ ਰਹੇ ਹਾਂ, ਇੱਕ ਤਾਂ ਜਦੋਂ ਇਲੈਕਸ਼ਨ ਹਾਰ ਗਏ, ਬਾਅਦ 'ਚ ਕਦੇ ਮੈਂ ਹਾਰਿਆ ਨਹੀਂ, ਠੀਕ ਹੈ। ਉਸ ਤੋਂ ਬਾਅਦ ਅਲੱਗ-ਅਲੱਗ ਥਾਵਾਂ 'ਤੇ ਉਸ ਚੁਣੌਤੀ ਦੇ ਦਿੱਤੀ, ਠੀਕ ਹੈ। ਉਸ ਤੋਂ ਬਾਅਦ ਫਿਰ ਹਿੰਸਾ ਨੂੰ ਭੜਕਾਉਣਾ, ਜਿਸ ਕਰਕੇ 5 ਤੋਂ 6 ਵਿਅਕਤੀਆਂ ਦਾ ਮਰ ਜਾਣਾ, ਉਹ ਬੜੀ ਵੱਡੀ ਘਟਨਾ ਸੀਗੀ। ਉਸ ਤੋਂ ਬਾਅਦ ਫਿਰ ਮਤਲਬ ਜਿਹੜੀ ਬਿਆਨਬਾਜ਼ੀ ਹੈ ਤਿੱਖੀ ਕਰਦੇ ਰਹਿਣਾ, ਕਦੀ ਬਾਈਡਨ ਸਾਹਿਬ ਨੂੰ ਕੁਝ ਬੋਲਤਾ, ਕਦੀ ਕਮਲਾ ਹੈਰਿਸ ਨੂੰ ਕੁਝ ਬੋਲਤਾ, ਕਦੀ ਕਿਸੇ ਬਾਰੇ ਵੀ ਕੁਝ ਬੋਲਤਾ, ਕਦੇ ਭਾਰਤ ਲਈ ਵੀ ਕੁਝ ਬੋਲਤਾ, ਹੈ ਨਾ। ਸੋ ਉਹ ਲਗਾਤਾਰ ਜਿਹੜੀ ਬਿਆਨਬਾਜ਼ੀ ਉਹ ਤਾਂ ਹੁੰਦੀ ਰਹੀ ਹੈ, ਪਰ ਜਿਹੜਾ ਆਹ ਕੰਮ ਉਹਨਾਂ ਨੇ 2-3 ਕੰਮ ਰੀਸੈਂਟਲੀ ਜਿਹੜੇ ਕੀਤੇ ਸੀਗੇ, ਉਹਦੇ ਕਰਕੇ ਮੈਂ ਕਹਿੰਦਾ ਜਿਹੜੀ ਰੇਟਿੰਗ ਹੈ ਇਹ ਪਾਸ ਵੀ ਨਹੀਂ ਹੋ ਪਾਈ, ਕਿਉਂਕਿ 35% ਵੀ ਨਹੀਂ ਮਿਲੇ ਉਹਨਾਂ ਨੂੰ, ਸਿਰਫ 34% ਉਹਨਾਂ ਨੂੰ ਮਿਲੀ ਹੈ ਫॉर द ਅਪਰੂਵਲ ਰੇਟਿੰਗ ਆਫ ਹਿਸ ਪ੍ਰੈਜ਼ੀਡੈਂਸੀ, ਜੋ ਕਿ ਕਿਸੇ ਵੀ ਪ੍ਰੈਜ਼ੀਡੈਂਟ ਦੇ ਲਈ ਹੁਣ ਤੱਕ ਦੀ ਸਭ ਤੋਂ ਲੋਐਸਟ ਰੈਂਕਿੰਗ ਹੈ ਜਿਹੜੀ ਦਿੱਤੀ ਗਈ ਹੈ। ਸੋ ਉਹਨਾਂ ਨੂੰ ਵਾਈਟ ਹਾਊਸ ਵੀ ਛੱਡਣਾ ਪੈਣਾ। ਐਂਡ ਇੱਕ ਹੋਰ ਖਬਰ ਜਿਹੜੀ ਮੇਰੇ ਸਾਹਮਣੇ ਆਈ ਖਹਿਰਾ ਸਾਹਿਬ, ਉਹ ਖਬਰ ਇਹ ਹੈ ਕਿ ਸ਼ਾਇਦ ਜਿਹੜੇ ਸਾਡੇ ਮਾਣਯੋਗ ਹੈ ਨਾ, ਜਿਹੜੇ ਅਮਰੀਕਾ ਦੇ ਰਾਸ਼ਟਰਪਤੀ, ਸਿਰਫ ਇੱਕ ਦਿਨ ਰਹਿ ਗਿਆ ਉਹਨਾਂ ਦਾ, ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਕੁਝ ਸਮਾਂ, ਕਿਉਂਕਿ ਖਬਰ ਆਈ ਹੈ ਕਿ ਹਾਂ ਵੀ ਕਾਫੀ ਸਾਰੇ ਜਿਹੜੇ ਐਕਸ ਪ੍ਰੈਜ਼ੀਡੈਂਟ ਹੁੰਦੇ ਨੇ ਉਹ ਜਦੋਂ ਰਿਟਾਇਰ ਹੋ ਜਾਂਦੇ ਨੇ, ਉਹਨਾਂ ਦਾ ਕਾਰਜਕਾਲ ਖਤਮ ਹੋ ਜਾਂਦਾ ਹੈ, ਉਹ ਕੋਈ ਗੋਲਫ ਖੇਡਦਾ, ਕੋਈ ਕੁਝ ਖੇਡਦਾ, ਬਟ ਟਰੰਪ ਸਾਹਿਬ ਨੂੰ ਸ਼ਾਇਦ ਜੇਲ੍ਹ 'ਚ ਜਾਣਾ ਪੈ ਸਕਦਾ। ਸੋ ਕਾਫੀ ਵੱਡੀ ਖਬਰ ਹੋਵੇਗੀ ਅਗਰ ਵਾਕਈ ਇੱਕ ਦੇਸ਼ ਦੇ ਰਾਸ਼ਟਰਪਤੀ ਤੁਸੀਂ ਰਹੇ ਹੋਵੋ, ਸਾਰਾ ਤੁਹਾਡਾ ਪ੍ਰਸ਼ਾਸਨ ਤੁਹਾਡੇ ਅੰਡਰ ਹੋਵੇ, ਐਂਡ ਦੈਨ ਤੁਸੀਂ ਉਸੇ ਹੀ ਸਿਸਟਮ ਦੇ ਵਿੱਚ ਤੁਹਾਡੀਆਂ ਕਰਤੂਤਾਂ ਦੇ ਕਰਕੇ ਤੁਹਾਨੂੰ ਜੇਲ੍ਹ 'ਚ ਜਾਣਾ ਪਵੇ। ਆਈ ਥਿੰਕ ਮੈਂ ਕਹਿੰਦਾ ਇੱਕ ਡੈਮੋਕ੍ਰੇਸੀ ਦੀ ਬਹੁਤ ਵੱਡੀ ਜਿੱਤ ਹੋਏਗੀ ਕਿ ਹਾਂ ਵੀ ਜੇਕਰ ਤੁਸੀਂ ਵਾਕਈ ਕੁਝ ਮਾੜਾ ਕੰਮ ਕਰਦੇ ਹੋ, ਭਾਵੇਂ ਤਾਂ ਉਹ ਫਕੀਰ ਹੈ, ਭਾਵੇਂ ਉਹ ਰਾਜਾ ਯਾਨੀ ਕਿ ਪ੍ਰੈਜ਼ੀਡੈਂਟ ਹੈ, ਜਿਹੜੇ ਰੂਲਸ ਨੇ ਸਾਰਿਆਂ ਦੇ ਇਕੁਅਲ ਨੇ, ਤੇ ਉਹਨਾਂ ਨੂੰ ਵੀ ਜੇਲ੍ਹ 'ਚ ਜਾਣਾ ਪੈ ਸਕਦਾ। ਸੋ ਵੱਡੀ ਗੱਲ ਹੋਵੇਗੀ ਜੇਕਰ ਅਮਰੀਕਾ ਵਿੱਚ ਇਹ ਗੱਲ ਸੱਚ ਹੋ ਜਾਂਦੀ ਹੈ। ਦੇਖੋ, ਤੁਸੀਂ ਗੱਲ ਕੀਤੀ ਕਿ ਬਹੁਤ ਵੱਡੀ ਗੱਲ ਹੈ ਅਮਰੀਕਾ ਦੇ ਲਈ, ਬਾਈਡਨ ਹੋਣਾ ਦੇ ਲਈ, ਕਮਲਾ ਹੈਰਿਸ ਦੇ ਲਈ। ਮੈਨੂੰ ਲੱਗਦਾ ਵੱਡੀ ਗੱਲ ਤਾਂ ਫਿਰ ਟਰੰਪ ਸਾਹਿਬ ਦੇ ਲਈ ਵੀ ਹੈ, ਇੱਕ ਤਰੀਕੇ ਦੇ ਨਾਲ ਬਹੁਤ ਵੱਡੀ ਗੱਲ ਹੈ। ਔਰ ਤੁਸੀਂ ਦੇਖੋ, ਇਹ ਬੰਦੇ ਦਾ ਕੋਈ ਸਟੈਂਡ ਨਹੀਂ ਹੈਗਾ ਇੱਥੇ। ਜੇ ਸਾਡੇ ਨਾਲ ਉਹਨਾਂ ਦੇ ਚੰਗੇ ਰਿਸ਼ਤੇ ਆ, ਤੇ ਸਾਨੂੰ ਜਦੋਂ ਕਰੋਨਾ ਛਿੜ ਗਿਆ ਤੇ ਕਨੈਨ ਦੀਆਂ ਗੋਲੀਆਂ ਦੀ ਕਿਤੇ ਘਾਟ ਪੈ ਗਈ ਉੱਥੇ, ਤੇ ਸਾਡੇ ਟਵੀਟ ਕਰਕੇ ਕਹਿੰਦਾ ਜੇ ਨਹੀਂ ਭੇਜੀਆਂ ਤਾਂ ਆਪਣਾ ਪੜ੍ਹਿਆ ਵਿਚਾਰ ਲਿਓ। ਦੇਖੋ ਕਿੱਡੀ ਵੱਡੀ ਗੱਲ ਆ। ਦੂਸਰੇ ਬੰਨੇ ਫਿਰ ਦੂਜੋਂ ਲੋਕਾਂ ਨੇ ਸਮਝਾਇਆ ਹੋਣਾ ਵੀ ਭਾਈ ਇੱਥੇ ਸੁੱਧੇ ਨਹੀਂ ਹੋਈਦਾ ਹੁੰਦਾ, ਇੱਥੇ ਤੂੰ CEO ਨਹੀਂ ਹੈਗਾ, ਤੁਸੀਂ ਪ੍ਰੈਜ਼ੀਡੈਂਟ ਹੋ। ਫਿਰ ਉਹ ਫੋਨ ਕਰਕੇ ਕਹਿੰਦਾ ਵੀ ਨਹੀਂ, ਸਾਡੇ ਤਾਂ ਚੰਗੇ ਰਿਲੇਸ਼ਨ ਆ, ਵੀ ਅਸੀਂ ਤੁਹਾਨੂੰ ਕਹਿੰਦੇ ਆ ਕਿ ਜਲਦੀ ਤੋਂ ਜਲਦੀ ਜਿਹੜੀ ਆ ਸਾਨੂੰ ਭੇਜ ਦਿਓ। ਸੋ ਉਹ ਬੰਦਾ ਜਿਹਨੂੰ ਕੋਈ ਡਿਸੀਜ਼ਨ ਮੇਕਿੰਗ ਦੀ ਸੈਂਸ ਨਹੀਂ ਹੈਗੀ, ਉਹ ਇਨਸਾਨ ਜਿਹਨੂੰ ਲੱਗਦਾ ਹੈ ਕਿ ਮੈਂ ਇੱਕ ਤਰੀਕੇ ਦੇ ਨਾਲ ਕੰਪਨੀ ਚਲਾ ਰਿਹਾ, ਅਮਰੀਕਾ ਨਹੀਂ ਚਲਾ ਰਿਹਾ। ਦੇਸ਼ ਚਲਾਉਣਾ ਤੇ ਕੋਈ ਕੰਪਨੀ ਚਲਾਉਣੀ ਇੱਕ ਬਹੁਤ ਵੱਡੇ ਫਰਕ ਹੈ। ਉਹ ਗੱਲ ਵੱਖਰੀ ਕਿ ਅੱਜ ਕੱਲ੍ਹ ਜਿਹੜੇ ਕਾਰਪੋਰੇਟਸ ਹੁੰਦੇ ਨੇ ਉਹੀ ਦੇਸ਼ ਚਲਾਉਂਦੇ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਤਸਵੀਰਾਂ ਜਿਹੜੀਆਂ ਨੇ ਉਹ ਜਿਹੜੇ ਕਿਸੇ ਅਕਸ ਦੀਆਂ ਉਹ ਸਾਹਮਣੇ ਲੈ ਕੇ ਆਉਂਦੇ ਨੇ। ਫਿਰ ਦੂਸਰੀ ਗੱਲ ਇੱਕ ਬਹੁਤ ਵੱਡੀ ਹੋਈ ਦੁਨੀਆ ਦੇ ਵਿੱਚ, ਅਮਰੀਕਾ ਵਾਲੇ ਭੁਲੇਖੇ ਨਿਕਲ ਗਏ ਸਾਰਿਆਂ ਦੇ। ਸਾਨੂੰ ਲੱਗਦਾ ਸੀ ਕਿ ਬਈ ਅਮਰੀਕਾ ਵਰਗੇ ਮੁਲਕ ਦੇ ਵਿੱਚ ਤਾਂ ਬਹੁਤ ਸੋਫਿਸਟੀਕੇਟਡ ਤਰੀਕੇ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ, ਜਿੱਥੇ ਸਾਡੇ ਇੱਥੇ ਲਾਰੇ ਲਾਏ ਜਾਂਦੇ ਆ ਕਿ ਕਰੋਨਾ ਦਵਾਈ ਤੁਹਾਨੂੰ ਫ੍ਰੀ 'ਚ ਦੇ ਦੇਣੀ ਆ, ਉੱਥੇ ਉਹ ਡਿਬੇਟ ਕਰਦੇ ਆ ਕਿ ਆਹ ਡਿਬੇਟ ਦੇ ਵਿੱਚ ਅਸੀਂ ਆਹ ਕਰਾਂਗੇ, ਸਾਡਾ ਆਹ ਚੀਜ਼ ਹੈ, ਇੱਦਾਂ ਹੋਊਗੀ, ਇੱਦਾਂ ਹੋਊਗੀ।
ਤੇ ਕ੍ਰਾਸ ਕੁਐਸਚਨਿੰਗ ਹੁੰਦੀ ਆ, ਤੁਸੀਂ ਜਿਹੜੇ ਥੱਲੇ ਬੈਠੇ ਨੇ ਉਹ ਕੁਐਸਚਨ ਵੀ ਪੁੱਛ ਲੈਂਦੇ ਨੇ ਕਿ ਜਦੋਂ ਸੈਸ਼ਨ ਆਉਂਦਾ ਕੁਐਸਚਨ ਦਾ, ਇੱਥੇ ਤੁਸੀਂ ਕਦੀ ਪੁੱਛ ਸਕਦੇ ਹੋ, ਇੱਥੇ ਨਹੀਂ ਪੁੱਛ ਸਕਦੇ। ਸੋ ਇੱਕ ਤਰੀਕੇ ਦੇ ਨਾਲ ਅਮਰੀਕਾ ਅੱਗੇ ਜਿਹੜੇ ਸਾਨੂੰ ਲੱਗਦਾ ਸੀ ਸਰਪੰਚ ਹੈ ਪੂਰੇ ਦਾ, ਪੁਲਿਸਮੈਨ ਹੈ ਇਹ ਪੂਰੀ ਵਰਲਡ ਦਾ, ਉਹਦੇ ਭੁਲੇਖੇ ਨਿਕਲ ਗਏ ਕਿ ਬਈ ਇਦਾਂ ਦੇ ਲੋਕ ਜਿਹੜੇ ਨੇ ਹਾਰਡਲਾਈਨਰ ਜਿਹੜੇ ਨੇ ਉਹ ਹਰ ਜਗ੍ਹਾ ਤੇ ਹੁੰਦੇ ਨੇ। ਸੋ ਖੈਰ ਸਾਹਿਬ, ਜੇਕਰ ਟਰੰਪ ਸਾਹਿਬ ਦੀ ਗੱਲ ਕਰੀਏ ਤਾਂ ਉਹ ਹੁਣ ਜਾਂਦੇ ਜਾਂਦੇ ਵੀ ਮੈਂ ਕਹਿੰਦਾ ਆਪਣੀ ਪੂਰੀ ਪਾਵਰਸ ਨੂੰ ਯੂਜ਼ ਕਰਨਾ ਚਾਹੁੰਦੇ ਨੇ। ਸੋ ਜਿਵੇਂ ਕਿ ਉਹਨਾਂ ਨੇ ਪਹਿਲਾਂ ਬੈਨ ਲਗਾਇਆ ਹੋਇਆ ਸੀਗਾ ਕਿ ਯੂਰਪ ਤੇ ਬ੍ਰਾਜ਼ੀਲ ਦੇ ਜਿਹੜੇ ਲੋਕ ਨੇ ਉਹ ਅਮਰੀਕਾ ਵਿੱਚ ਨਹੀਂ ਆ ਸਕਦੇ ਡਿਊ ਟੂ ਕੋਵਿਡ-19। ਸੋ ਉਹਨਾਂ ਨੇ ਬੈਨ ਹਟਾਇਆ, ਜਿਵੇਂ ਕਿ ਸਿਰਫ ਇੱਕ ਦਾ ਦਿਨ ਹੀ ਰਹਿ ਗਿਆ ਉਹਨਾਂ ਦਾ। ਸੋ ਨਾਲੋਂ ਨਾਲ ਬਾਈਡਨ ਹੋਣਾ ਨੇ ਵੀ ਆਪਣਾ ਟਵੀਟ ਕਰਤਾ, ਉਹਨਾਂ ਨੇ ਆਪਣਾ ਬਿਆਨ ਦੇ ਦਿੱਤਾ ਕਿ ਨਹੀਂ, ਕਿ ਜਿਹੜੇ ਵੀ ਬੈਨ ਉਹ ਹਟਾਉਣ ਦੀ ਕੋਸ਼ਿਸ਼ ਕਰ ਰਿਹਾ, ਅਸੀਂ ਨਹੀਂ ਹਟਾਉਣ ਜਾ ਰਹੇ, ਕਿਉਂਕਿ ਕੋਵਿਡ-19 ਨੂੰ ਮੁੱਖ ਰੱਖਦੇ ਹੋਏ ਉਹਨਾਂ ਲੋਕਾਂ ਦੇ ਉੱਪਰ, ਉਸ ਕੰਟਰੀ ਦੇ ਉੱਪਰ ਬੈਨ ਲਗਾਏ ਨੇ, ਐਂਡ ਅਸੀਂ ਉਸ ਨੂੰ ਕੰਟੀਨਿਊ ਕਰਾਂਗੇ। ਸੋ ਪਤਾ ਲੱਗ ਰਿਹਾ ਕਿ ਹਾਂ, ਜਿਹੜਾ ਅਸਲੀ ਰਾਜਾ ਹੈ ਜਿਹੜਾ ਉਹ ਅੱਗੇ ਵੱਧ ਰਿਹਾ, ਅੱਗੇ ਆ ਰਿਹਾ। ਸੋ ਜਿਹੜੇ ਟਰੰਪ ਸਾਹਿਬ ਜਾਂਦੇ ਜਾਂਦੇ ਕਹਿ ਰਹੇ ਨੇ ਕਿ ਹਾਂ ਬਈ ਆਹ ਕਰ ਲਿਓ ਕਰ ਲਿਓ, ਤਾਂ ਉਧਰੋਂ ਬਾਈਡਨ ਹੋਣਾ ਦੀ ਆਵਾਜ਼ ਆ ਗਈ ਕਿ ਬਈ ਨਹੀਂ, ਇੱਕ ਦਿਨ ਰਹਿ ਗਿਆ, ਮੈਂ ਆ ਕੇ ਡਿਸਾਈਡ ਕਰਾਂਗਾ ਕਿ ਹਾਂ ਵੀ ਕਿਹੜੇ ਬੈਨ ਲੱਗੇ ਰਹਿਣਗੇ ਤੇ ਕਿਹੜੇ ਆਪਾਂ ਚੁੱਕਣੇ ਨੇ। ਵਾਕਈ ਇਦਾਂ ਹੁੰਦਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇ ਨਾਲ ਸਮਝਾਉਣਾ। ਘਰਾਂ ਦੇ ਵਿੱਚ ਅਕਸਰ ਜਿਹੜੀਆਂ ਬੀਬੀਆਂ ਹੁੰਦੀਆਂ ਨੇ ਨਾ, ਉਹਨਾਂ ਨੂੰ ਘਰ ਦੇ ਨਾਲ ਬੜਾ ਪਿਆਰ ਹੁੰਦਾ ਹੈ, ਤੇ ਜੇ ਕਿਤੇ ਵਾਂਢੇ ਵੁੰਡੇ ਜਾਣਾ ਪਵੇ ਜਾਂ 2 ਦਿਨ ਲਈ ਜਾਣਾ ਤਾਂ ਉਹਨਾਂ ਦੀਆਂ ਭਾਦੀਆਂ ਬਣ ਜਾਂਦੀਆਂ। ਅਕਸਰ ਮੇਰੇ ਨਾਲ ਵੀ ਹੁੰਦਾ ਕਿ ਜਦੋਂ ਮੇਰੀ ਮਾਤਾ ਨੇ ਕਿਤੇ ਜਾਣਾ ਹੁੰਦਾ ਨਾ, ਤਾਂ ਫਿਰ ਉਹ ਗਲੀ ਦੇ ਵਿਚਲੇ ਕੋਨੇ ਤੋਂ ਆਹ ਵੀ ਕੰਮ ਕਰ ਦਿਓ, ਆਹ ਵੀ ਕੰਮ ਕਰ ਦਿਓ, ਆਹ ਵੀ ਕੰਮ ਕਰ ਦਿਓ। ਉਹ ਜਿੰਨੇ ਕੁ ਨੇੜੇ ਹੋ ਕੇ ਅੰਦਰ ਬਹਿ ਕੇ ਦੱਸ ਦਿੰਦੇ, ਉਨੇ ਕੁ ਤਾਂ ਅਸੀਂ ਕਰ ਲੈਂਦੇ। ਜਦੋਂ ਗਲੀ ਵਾਲੇ ਕਰਦੇ ਫਿਰ ਅਸੀਂ ਕਹਿੰਦੇ ਆਪੇ ਹੀ ਕਰਦੇ ਰਹਿਣਗੇ ਕਿਸੇ ਨੇ। ਸੋ ਟਰੰਪ ਸਾਹਿਬ ਦਾ ਵੀ ਉਹੀ ਹਿਸਾਬ ਆ ਕਿ ਉਹ ਜਿਹੜੇ ਪਿੱਛੋਂ ਹਾਕਾਂ ਲਾ ਕੇ ਦੱਸਣ ਡੇ ਨਾ ਵੀ ਆਹ ਵੀ ਮੈਂ ਕਰਨਾ, ਆਹ ਵੀ ਕਰਨਾ, ਉਹ ਹੁਣੇ ਨਹੀਂ ਗਏ। ਉਹ ਉਦੋਂ ਹੀ ਹੋਣੇ ਜਦੋਂ ਤੁਸੀਂ ਕੁਰਸੀ ਤੇ ਬੈਠ ਗਏ ਆ, ਘਰ ਆ ਗਏ ਆ, ਤੁਹਾਡਾ ਡੰਡਾ ਜਿਹੜਾ ਉਹ ਕਾਇਮ ਆ, ਤੇ ਉਦੋਂ ਚੀਜ਼ਾਂ ਹੋ ਸਕਦੀਆਂ, ਅਦਰਵਾਈਜ਼ ਨਹੀਂ। ਸੋ ਡੰਡਾ ਤੇ ਹੁਣ ਕਾਇਮ ਨਹੀਂ ਹੈ, ਐਂਡ ਜਿਹੜੇ ਨਵੇਂ ਬੰਦੇ ਨੇ ਡੰਡਾ ਲੈ ਕੇ ਕੱਲ੍ਹ ਨੂੰ ਪਹੁੰਚ ਰਹੇ ਨੇ, ਐਂਡ ਸਹੁੰ ਚੁੱਕਣਗੇ, ਐਂਡ ਅਮਰੀਕਾ ਦੇ ਨਵੇਂ ਮੈਂ ਕਹਿੰਦਾ ਜਿਹੜੀ ਭੱਜ ਦੌੜ ਹੋਏਗੀ ਉਹਨਾਂ ਦੇ ਹੱਥ ਵਿੱਚ ਹੋਏਗੀ। ਸੋ ਇੱਕ ਹੋਰ ਨਾਮ ਲੈ ਲਈਏ, ਕਮਲਾ ਹੈਰਿਸ ਉਹਨਾਂ ਦਾ। ਉਹਨਾਂ ਨੇ ਇੱਕ ਟਵੀਟ ਕਰਕੇ ਗੱਲ ਆਖੀ ਹੈ, ਕਿਸੇ ਮੀਡੀਆ ਨੂੰ ਵੀ ਬਿਆਨ ਦਿੱਤਾ ਕਿ ਬਈ ਸਾਡੇ ਲਈ ਬਹੁਤ ਜ਼ਿਆਦਾ ਚੈਲੰਜਫੁਲ ਹੋਏਗਾ ਪੂਰਾ ਪ੍ਰੋਸੈਸ, ਕਿਉਂਕਿ ਕਾਫੀ ਕੁਝ ਚੱਲ ਰਿਹਾ ਅਮਰੀਕਾ ਦੇ ਵਿੱਚ। ਅਮਰੀਕਾ ਦੇ ਵਿੱਚ ਅਸੀਂ ਕਾਫੀ ਕੁਝ ਦੇਖਿਆ ਕਿ ਜਿਵੇਂ ਨਸਲਵਾਦੀ ਦੇ ਵੀ ਕਾਫੀ ਸਾਰੇ ਕਿੱਸੇ ਜਿਹੜੇ ਨੇ ਉਹ ਸਾਹਮਣੇ ਆਏ ਨੇ, ਕਾਫੀ ਵੱਡਾ ਦੁਨੀਆ ਦਾ ਮੈਂ ਕਹਿੰਦਾ ਉੱਥੇ ਵੀ ਇੱਕ ਬੜਾ ਵੱਡਾ ਇੱਕ ਜਿਹੜਾ ਅੰਦੋਲਨ ਹੈ ਉਹ ਵੀ ਹੋਇਆ ਸੀਗਾ। ਸੋ ਖੈਰ ਸਾਹਿਬ, ਅਸੀਂ ਰਾਸ਼ਟਰਪਤੀ ਦੀ ਤਾਂ ਗੱਲ ਕਰ ਲਈ, ਹੁਣ ਅਸੀਂ ਗੱਲ ਕਰੀਏ ਕਮਲਾ ਹੈਰਿਸ ਦੀ। ਤਾਂ ਕਮਲਾ ਹੈਰਿਸ ਹੋਣਾ ਨੇ ਮੀਡੀਆ ਨੂੰ ਬਿਆਨ ਦਿੱਤਾ ਕਿ ਬਈ ਸਾਡੇ ਲਈ ਵੀ ਜਿਹੜਾ ਕੰਮ ਹੈ ਕੋਈ ਬਹੁਤਾ ਸੁਖਾਲਾ ਨਹੀਂ ਹੋਵੇਗਾ, ਸਾਡੇ ਲਈ ਵੀ ਜਿਹੜਾ ਸਾਰਾ ਟਾਈਮ ਹੈ ਬੜਾ ਮੁਸ਼ਕਿਲ ਵਾਲਾ ਬੀਤੇਗਾ, ਕਿਉਂਕਿ ਅਮਰੀਕਾ ਦੀ ਜੇਕਰ ਗੱਲ ਕਰੀਏ ਖੈਰ ਸਾਹਿਬ ਤਾਂ ਉੱਥੇ ਕਾਫੀ ਕੁਝ ਚੱਲ ਰਿਹਾ ਸੀ ਰੀਸੈਂਟਲੀ, ਚਾਹੇ ਨਸਲਵਾਦ ਨੂੰ ਲੈ ਕੇ, ਰੰਗ ਭੇਦ ਨੂੰ ਲੈ ਕੇ ਉੱਥੇ ਪ੍ਰੋਟੈਸਟ ਦੀ ਗੱਲ ਕਰੀਏ, ਭਾਵੇਂ ਕੋਵਿਡ-19 ਨੂੰ ਲੋਕਾਂ ਨੇ ਪਰ ਸੀਰੀਅਸਲੀ ਨਹੀਂ ਲਿਆ, ਜਿਸ ਕਰਕੇ ਅਮਰੀਕਾ ਪੂਰੀ ਦੁਨੀਆ ਦਾ ਸਭ ਤੋਂ ਜ਼ਿਆਦਾ ਮੈਂ ਕਹਿੰਦਾ ਇੱਕ ਪਲੇਸ ਬਣ ਗਿਆ ਜਿੱਥੇ ਸਭ ਤੋਂ ਜ਼ਿਆਦਾ ਕਰੋਨਾ ਦੇ ਕੇਸ ਪਾਏ ਗਏ। ਸੋ ਹੋਰ ਵੀ ਉੱਥੇ ਕਾਫੀ ਸਾਰੇ ਮਸਲੇ ਹੋਣਗੇ ਜੋ ਕਿ ਟਰੰਪ ਸਾਹਿਬ ਨੇ ਹੀ ਸ਼ੁਰੂ ਕੀਤੇ ਨੇ। ਹੁਣ ਵਾਕਈ ਇਹਨਾਂ ਦਾ ਕਾਫੀ ਚੈਲੰਜਫੁਲ ਜਿਹੜਾ ਕੰਮ ਹੈ ਉਹ ਹੋਣ ਜਾ ਰਿਹਾ। ਸੋ ਵਾਕਈ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਅਮਰੀਕਾ ਦੀ ਜਿਹੜੀ ਭੱਜ ਦੌੜ ਹੈ, ਅਗਰ ਨਵੇਂ ਬੰਦੇ, ਇਕੱਲੇ ਬੰਦੇ ਨਹੀਂ, ਯਾਨੀ ਕਿ ਔਰਤ ਦੇ ਹੱਥ 'ਚ ਵੀ ਹੁਣ ਜਾਣ ਲੱਗੀ ਹੈ, ਤਾਂ ਇੱਕ ਚੰਗਾ ਨਤੀਜਾ, ਇੱਕ ਸਕਾਰਾਤਮਕ ਰਿਜ਼ਲਟ ਇਕੱਲੇ ਅਮਰੀਕਾ ਨੂੰ ਹੀ ਨਹੀਂ ਪੂਰੀ ਦੁਨੀਆ ਨੂੰ ਮਿਲੇ, ਐਂਡ ਇੱਕ ਵੱਖਰੀ ਐਂਡ ਇੱਕ ਵਧੀਆ ਐਗਜ਼ਾਮਪਲ ਵੀ ਸੈੱਟ ਕਰਨ ਕਿ ਕਿਵੇਂ ਇੱਕ ਚੰਗੇ ਇੱਕ ਵੱਡੇ ਦੇਸ਼ ਨੂੰ ਚਲਾਇਆ ਜਾ ਸਕਦਾ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੁੱਦਾ, ਜਿਸ ਵਿੱਚ ਅਸੀਂ ਵੱਖ-ਵੱਖ ਮੁੱਦਿਆਂ ਉੱਪਰ ਚੰਗੀ ਤਰ੍ਹਾਂ ਖੁੱਲ੍ਹ ਕੇ ਗੱਲਬਾਤ ਕੀਤੀ, ਐਂਡ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਕਾਫੀ ਪਸੰਦ ਆਇਆ ਹੋਵੇਗਾ। ਸਾਡੇ YouTube ਚੈਨਲ ਪੰਜਾਬ ਮਿਰਰ USA TV ਤੇ ਜਾ ਕੇ ਤੁਸੀਂ ਸਾਡੇ ਇਸ ਵੀਡੀਓ ਥੱਲੇ ਜਾ ਕੇ ਕਮੈਂਟ ਕਰ ਸਕਦੇ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਐਂਡ ਆਪਣੇ ਹੋਰਾਂ ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ ਸ਼ੇਅਰ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ।